ਧੰਨ ਵਾਹਿਗੁਰੂ ਗੁਰੂ ਗਰੀਬ ਨਿਵਾਜ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ। ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ। ਪਾਹੇ ਵਲੰਦੜੀ ਉਜ ਗਈ ਰਖੰਦੜੋ ਪ੍ਰਭ ਆਪ। ਜਿਨਹੁ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਮੇਲ ਲਿਓ ਦਿਆਲ ਟਹਿ ਪੈ ਦੁਆਰਿਆ। ਰਖ ਲਵੋ ਦੀਨ ਦਿਆਲ ਪਰਮਤ ਵਾਰਿਆ। ਭਗਤ ਵਸਲ ਤੇਰਾ ਬਿਰਦ ਹਰਿ ਪਤ ਤੇ ਉਦਾਰਿਆ। ਤੁਧ ਬਿਨ ਨਾਹੀ ਕੋਏ ਬਨੋ ਮੋਹੇ ਸਾਰਿਆ। ਕਰ ਗਏ ਲਹਿਓ ਦਿਆਲ ਸਾਗਰ ਸੰਸਾਰਿਆ। ਹੇ ਗੋਵਿੰਦ ਹੇ ਗੋਪਾਲ ਹੇ ਦਿਆਲ ਲਾਲ। ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਿਆ ਹੈ ਤੇਹਾ ਹੋ ਕਰੀ ਵਖਿਆਨ। ਸਤਿਨਾਮ ਵਾਹਿਗੁਰੂ ਜੀ। ਪਾਰ ਬ੍ਰਹਮ ਕੇ ਸਗਲੇ ਠਾਓ। ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ। ਆਪੇ ਕਰਨ ਕਰਾਵਨ ਜੋਗ। ਪ੍ਰਭ ਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਅਨੰਤ ਤਰੰਗ। ਲਖੇ ਨਾ ਜਾਹੇ
पार ब्रह्म के रंग। जैसी मत दे तैसा प्रगास। पार ब्रह्म करता अविनाश। सदा 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 दयाल। सिमर सिमर नानक भय निहाल। सदा 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 दयाल। सिमर सिमर नानक भय निहाल। परम सन्मानयोग पतित पावन भगत वसल किरपा निधान दीन दुनी दे मालक सारे ही संसार दे सांझे रहबर जुगो जुग अटल धन धन आद श्री गुरु ग्रंथ साहिब जी दी पावन और पवित्र निੱਘੀ गोद दे अंदर विराजमान गुरु दी प्यारी गुरु दी सवारी साजी नवाजी साध संग जीओ गुरफतेह प्रवान करने जी। वाहिगुरु जी का खालसा वाहिगुरु जी की फतेह। मेरे सतगुरु अकाल पुरख वाहिगुरु जी दी मेहरामत अपार बख्शिश दे सदका आप सर्व संगतां दूरों नेड़ों चल करके उस महान शख्सियत धन धन श्रीमान संत बाबा अतर सिंह जी वालों स्थापित किए स्थान गुरुद्वारा गुरसागर मस्तूना साहिब विखे सतगुरां दी वडियाई सतगुरां दी कीर्ति नूं सरवण करन वास्ते आ करके सतगुरां नूं नकमस्तक होए हाँ। गुरु प्यारी साध संगत जी आप जी बड़भागे हो जो कि सतगुरां दी हजूरी दे अंदर बैठ करके वाहिगुरु 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 जी दे सिमरन दे नाल जुड़े सा। मेरे मालक जी अपनी बाणी दे अंदर जिक्र करते ने जप मन सतनाम सदा सतनाम हालत पालत मुख उजल होई है नित ध्याई है पुरख निरंजना। सतगुरु जी बाणी दे अंदर समझाउंदे ने ए मेरे मना उस अकाल पुरख वाहिगुरु जी दे नाम नूं जपना कर। जे तू उहदी बंदगी कर लवे जे उहदे नाम नूं तू दृढ़ कर लवे तां इत्थे ये लोक भी ते परलोक भी इहां ते उहां इत्थे ते उत्थे दोने थावां दे उपर ये दोने जगहां दे उपर तेरा मुख उजला होवेगा। सतगुरु जी की कहते पे ने हालत पालत मुख उजल हुई है। मुख उजल तो भाव होंदा सोहना मुखड़ा चंगा जिहदा दुनिया दे विच संसार दे विच सत्कार होवे जिहदा दुनिया दे विच वाहवा होवे। मालिक जी अपनी बाणी दे अंदर ये भी जिक्र करते ने। सतगुरु जी कहने लगे कहते भाई जे कोई उस अकाल पुरख वाहिगुरु की जय जयकार करदा ना जय जयकार
ਤੇ ਸੱਚ ਜਾਣਿਓ ਤੇ ਉਹਦੀ ਜੈ ਜੈਕਾਰ ਇਸ ਦੁਨੀਆ ਦੇ ਵਿੱਚ ਹੁੰਦੀ ਹੈ। ਮਾਲਕ ਜੀ ਦੇ ਬਚਨ ਨੇ, ਜੈ ਜੈਕਾਰ ਕਰੇ ਸਭ ਕੋਈ। ਕਿ ਇਸ ਦੁਨੀਆ ਦੇ ਵਿੱਚ, ਸੰਸਾਰ ਦੇ ਅੰਦਰ ਉਹਦੀ ਜੈ ਜੈਕਾਰ ਹੁੰਦੀ। ਕਿਹਦੀ? ਜਿਹਦੇ ਮਨ ਦੇ ਵਿੱਚ ਉਹ ਹਰੀ ਵਸਦਾ ਪਿਆ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮਨ ਦੇ ਵਿੱਚ ਤੇ ਤਨ ਦੇ ਵਿੱਚ। ਸੋਈ ਦਾ ਅਰਥ ਹੁੰਦਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਹਦੇ ਹਿਰਦੇ ਦੇ ਅੰਦਰ ਵਸਦਾ ਹੈ। ਤੇ ਉਹਦੀ ਦੁਨੀਆ ਦੇ ਵਿੱਚ ਵੀ ਵਾਹਵਾ ਹੁੰਦੀ ਹੈ, ਦੁਨੀਆ ਦੇ ਵਿੱਚ ਉਹਦਾ ਸਤਿਕਾਰ ਹੁੰਦਾ ਹੈ। ਇਸੇ ਕਰਕੇ ਮਾਲਕ ਜੀ ਕਹਿੰਦੇ ਪਏ ਨੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਹੈ ਮੇਰੇ ਮਨਾ, ਤੂੰ ਉਸ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਕਰ। ਬਸ ਆਪਣੀ ਇਸ ਰਸਨਾ ਤੋਂ, ਇਸ ਜੀਵ ਤੋਂ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਸਿਮਰਿਆ ਹੈ ਨਾ, ਤੇ ਜੋ ਸਿਮਰਦੇ ਪਏ ਨੇ, ਤੇ ਉਹ ਇਸ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਨਿਹਾਲ ਹੋ ਜਾਂਦੇ ਆ। ਉਹਨਾਂ ਦੇ ਸਾਰੇ ਦੁੱਖ ਜਿਹੜੇ ਕਲੇਸ਼ ਨੇ ਨਾ, ਤੇ ਉਹ ਸਾਰੇ ਖਤਮ ਹੋ ਜਾਂਦੇ ਹੈ। ਹੁੰਦੇ ਉਹਨਾਂ ਦੇ ਨੇ ਕਿ ਜੋ ਉਸ ਮਾਲਕ ਜੀ ਵਾਹਿਗੁਰੂ ਜੀ ਦੇ ਨਾਮ ਦੇ ਨਾਲ, ਉਹਦੇ ਸਿਮਰਨ ਦੇ ਨਾਲ, ਜਾਂ ਉਹਦੀ ਬੰਦਗੀ ਦੇ ਨਾਲ ਜੁੜਦੇ ਹੈ। ਸੋ ਗੁਰੂ ਸਵਾਰਿਓ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਕਿ ਹਰ ਰੋਜ਼ ਦੀ ਤਰ੍ਹਾਂ ਹੀ ਵਾਹਿਗੁਰੂ ਜੀ ਦੀ ਬੰਦਗੀ, ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜਦੇ ਹੋ। ਆਪ ਜੀ ਦੇ ਵੱਡੇ ਭਾਗ ਹਨ। ਸਤਿਗੁਰੂ ਜੀ ਆਪ ਸਰਬੱਤ ਦੇ ਉੱਪਰ ਇਸੇ ਤਰ੍ਹਾਂ ਹੀ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ, ਆਪਣੀ ਦਇਆ, ਆਪਣੀ ਕਿਰਪਾ ਕਰਕੇ ਸਾਤੋਂ ਹਰ ਰੋਜ਼ ਹੀ ਆਪਣਾ ਨਾਮ ਜਪਾ ਲੈਣ, ਆਪਣੀ ਬੰਦਗੀ ਕਰਵਾ ਲੈਣ, ਕਿਉਂਕਿ ਸਭ ਕੁਝ ਕਰਾਉਣ ਵਾਲਾ ਉਹ ਮਾਲਕ ਆਪ ਹੈ। ਬਾਣੀ ਅੰਦਰ ਪੜ੍ਹਦੇ ਹਾਂ ਨਾ ਆਪਾਂ, ਕਰੇ ਕਰਾਏ ਆਪੇ ਆਪ। ਸਾਰਾ ਕੁਝ ਉਹ ਆਪ ਹੀ ਕਰਨ ਵਾਲਾ ਹੈ। ਇਸੇ ਦੇ ਤਹਿਤ ਮੇਰੇ ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ ਅਸ਼ਟਪਦੀ 9ਵੀਂ ਦੇ ਵਿੱਚ ਪੌੜੀ ਨੰਬਰ 8 ਭਾਵ ਕਿ ਲਾਸਟ ਬੰਦ ਹੈ। ਇਸ ਬੰਦ ਦੇ ਅੰਦਰ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਮੇਰੇ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਹੋਏ, ਉਸ ਵਾਹਿਗੁਰੂ ਦੀ ਉਸਤਤ, ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਬਿਆਨ ਕਰਦੇ ਹੋਏ ਉਚਾਰਨ ਕਰਦੇ ਨੇ। ਆਓ ਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਸ ਸ਼ਬਦ ਦੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪਾਰ ਬ੍ਰਹਮ ਕੇ ਸਗਲੇ ਠਾਓ। ਸਤਿਗੁਰੂ ਜੀ ਉਚਾਰਨ ਕਰਦੇ ਨੇ ਪਵਿੱਤਰ ਮੁਖਾਰਬਿੰਦ ਰਾਹੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਰੇ ਜਿਹੜੇ ਉਹਦੇ ਥਾਂ ਨੇ, ਸਗਲੇ ਦਾ ਅਰਥ ਹੁੰਦਾ ਸਾਰੇ, ਭਾਵ ਕਿ ਕੋਈ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਉਹਦਾ ਥਾਂ ਨਾ ਹੋਵੇ। ਪਹਿਲੀ ਗੱਲ ਤਾਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਬਾਣੀ ਦੇ ਅੰਦਰ ਵੀ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਥਾਈ। ਸਾਰੀਆਂ ਥਾਵਾਂ ਦੇ ਉੱਪਰ ਉਹ ਰਵਿਆ ਹੋਇਆ ਹੈ, ਰਸ ਵਿਆਪਕ ਹੈ। ਕੋਈ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਕਿ ਜਿੱਥੇ ਉਹਦਾ ਵਾਸਾ ਨਾ ਹੋਵੇ। ਉਹ ਹਰ ਇੱਕ ਥਾਂ ਦੇ ਉੱਪਰ ਹੈ। ਬਸ ਵੇਖਣ ਦਾ ਨਜ਼ਰੀਆ ਚਾਹੀਦਾ ਹੈ, ਉਹਨੂੰ ਮਹਿਸੂਸ ਕਰਨਾ ਹੈ ਵੀ ਉਹ ਹੈ, ਸਾਰੇ ਕਿਤੇ ਹੈ, ਉਹ ਸਭ ਕੁਝ ਵੇਖ ਰਿਹਾ, ਸਾਰਿਆਂ ਦੇ ਦਿਲਾਂ ਦੀਆਂ ਜਾਣਦਾ। ਮੈਂ ਇੱਕ ਬੇਨਤੀ ਇੱਥੇ ਰੋਕ ਕੇ ਜ਼ਰੂਰ ਕਰਾਂ। ਗੁਰੂ ਸਾਹਿਬ ਨਾਲ ਕਈ ਵਾਰ ਮਨ ਦੇ ਵਿੱਚ ਨਾ ਇਸ ਤਰ੍ਹਾਂ ਦੇ ਖਿਆਲ ਆ ਜਾਂਦੇ ਹੈ ਵੀ ਅਸੀਂ ਪੜ੍ਹਦੇ ਤਾਂ ਰੋਜ਼ ਹਾਂ ਨਿਤਾ ਪ੍ਰਤੀ ਨਾ, ਰਾਤ ਨੂੰ ਸੌਣ ਦੇ ਸਮੇਂ 1600 ਦੀ ਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ। ਅਸੀਂ ਰੋਜ਼ ਪੜ੍ਹਦੇ ਹਾਂ ਵੀ ਉਹ ਅੰਤਰਜਾਮੀ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਵੀ ਉਹ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਉਹ ਸਾਰਾ ਕੁਝ ਜਾਣਦਾ ਹੈ, ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ, ਅੰਤਰਜਾਮੀ ਦੇ ਅਰਥੀ ਅੰਦਰ ਦੀਆਂ ਜਾਣਨ ਵਾਲਾ। ਪੜ੍ਹੀ ਵੀ ਜਾ ਰਹੇ ਹਾਂ ਤੇ ਕਦੇ ਅਸੀਂ ਇਸ ਗੱਲ ਨੂੰ ਮਹਿਸੂਸ ਨਹੀਂ ਕੀਤਾ ਵੀ ਮੇਰੇ ਅੰਦਰ ਕਿੰਨਾ ਕੂੜ ਕਪਟ ਚੱਲਦਾ ਪਿਆ ਨਾ। ਕਿਸੇ ਦੇ ਪ੍ਰਤੀ ਬੈਰ ਭਾਵਨਾ, ਕਿਸੇ ਦੇ ਪ੍ਰਤੀ ਹੰਕਾਰ, ਕਿਸੇ ਦੇ ਪ੍ਰਤੀ ਨਿੰਦਿਆ, ਕਿਸੇ ਦੇ ਪ੍ਰਤੀ ਈਰਖਾ ਅੰਦਰ ਹੀ ਚੱਲਦੀ ਪਈ ਹੈ। ਕਦੇ ਮਹਿਸੂਸ ਨਹੀਂ ਕੀਤਾ ਵੀ ਮੈਨੂੰ ਤਾਂ ਪਤਾ ਨਾ ਇਸ ਗੱਲ ਦਾ ਵੀ ਮੈਂ ਕਿਸੇ ਦੇ ਪ੍ਰਤੀ ਕਿਸ ਤਰ੍ਹਾਂ ਦੀ ਥਿੰਕਿੰਗ ਰੱਖਦਾ, ਮੈਂ ਸੋਚ ਕਿਸ ਤਰ੍ਹਾਂ ਦੀ ਰੱਖਦਾ ਪਿਆ, ਮੇਰੇ ਮਾਈਂਡ ਦੇ ਵਿੱਚ, ਮੇਰੇ ਦਿਮਾਗ ਦੇ ਅੰਦਰ ਕੀ ਚੱਲਦਾ ਪਿਆ ਪਤਾ ਹੁੰਦਾ ਆਪਾਂ ਨੂੰ ਇੱਦਾਂ ਲੱਗਦਾ ਵੀ ਮੇਰੇ ਮਨ ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਵੀ ਦੂਸਰੇ ਨੂੰ ਨਹੀਂ ਪਤਾ, ਕਿਸੇ ਨੂੰ ਹੋਰ ਵੀ ਮੇਰੇ ਮਨ 'ਚ ਕੀ ਹੈ। ਕਿਸੇ ਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਪਰ ਸੱਚ ਜਾਣਿਓ ਮੇਰੇ ਵਾਹਿਗੁਰੂ ਜੀ ਨੂੰ ਜ਼ਰੂਰ ਪਤਾ ਹੈ। ਉਹ ਤਾਂ ਦਿਲਾਂ ਦੀਆਂ ਜਾਣਦਾ ਨਾ, ਉਹ ਤਾਂ ਸਾਡੇ ਅੰਦਰ ਦੀ ਜਾਣਦਾ ਵੀ ਕੀ ਹੈ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਜਦੋਂ ਤੂੰ ਘਰੋਂ ਤੁਰਦਾ ਨਾ, ਘਰੋਂ ਕੀ ਸੋਚ ਕੇ ਤੁਰਿਆ, ਕੀ ਮੰਗਣ ਲਈ ਤੁਰਿਆ, ਹਜੇ ਆ ਕੇ ਆਪਾਂ ਅਰਦਾਸ ਕਰਨੀ ਹੁੰਦੀ ਏ, ਆਪਣੀ ਦਿਲ ਦੀ ਗੱਲ ਕਹਿਣੀ ਹੁੰਦੀ ਏ, ਪਰ ਮਾਫ ਕਰੋ ਜਦੋਂ ਘਰੋਂ ਸਟਿਪ ਚੁੱਕ ਲਿਆ ਤਾਂ ਮੇਰੇ ਮਾਲਕ ਦੇ ਕੋਲ ਸੁਨੇਹਾ ਪਹਿਲਾਂ ਪਹੁੰਚ ਜਾਂਦਾ। ਮਨਸਾ ਧਰ ਜੋ ਘਰ ਤੇ ਆਵੇ। ਜਿਹੜਾ ਘਰੋਂ ਮਨਸਾ ਧਰ ਕੇ ਆਉਂਦਾ ਨਾ ਵੀ ਮੈਂ ਆਹ ਖਿਆਲ ਗੁਰੂ ਅੱਗੇ ਅਰਦਾਸ ਕਰਾਂਗਾ, ਮੈਂ ਇੱਦਾਂ ਗੁਰੂ ਤੋਂ ਮੰਗਣਾ, ਪਹਿਲਾਂ ਹੀ ਸਾਡੇ ਆਉਣ ਤੋਂ ਪਹਿਲਾਂ ਪਹੁੰਚ ਜਾਂਦਾ। ਬਿਨ ਬੋਲਿਆ ਸਭ ਕੁਛ ਜਾਣਦਾ ਪਿਆ। ਕਦੇ ਕਦੇ ਹੈਰਾਨ ਹੋਈਦਾ ਵੀ ਕਿਸ ਤਰ੍ਹਾਂ ਦੀ ਖੇਡ ਹੈ, ਕਿਸ ਤਰ੍ਹਾਂ ਦਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੈ, ਬੜੀ ਬੇਅੰਤ ਅਪਾਰ ਹੈ, ਜਿਹਨੂੰ ਕਦੇ ਅਸੀਂ ਮਹਿਸੂਸ ਨਹੀਂ ਕੀਤਾ, ਕਦੇ ਅਸੀਂ ਮਾਣ ਕੇ ਨਹੀਂ ਵੇਖਿਆ। ਉਹ ਅਕਾਲ ਪੁਰਖ ਵਾਹਿਗੁਰੂ ਜੀ ਹਰ ਇੱਕ ਥਾਂ ਦੇ ਉੱਪਰ ਮੌਜੂਦ ਹੈ, ਕੋਈ ਜਗ੍ਹਾ ਨਹੀਂ ਹੈ। ਗੁਰੂ ਸਾਹਿਬ ਜੀ ਅੱਜ ਇਹੀ ਗੱਲ ਦੇ ਜ਼ੋਰ ਦੇ ਰਹੇ ਨੇ ਕਿ ਪਾਰ ਬ੍ਰਹਮ ਕੇ ਸਗਲੇ ਠਾਉ। ਠਾਉ ਦਾ ਅਰਥ ਹੁੰਦਾ ਥਾਂ, ਬਿੰਦੀ ਲਾ ਕੇ ਉਚਾਰਨ ਕਰਨਾ। ਸਗਲੇ ਸਾਰੀਆਂ ਥਾਵਾਂ, ਜਿੱਥੇ ਕਿਹੜੀਆਂ ਥਾਵਾਂ ਦੇ ਉੱਪਰ ਅਗਲੇ ਬੰਦ ਦੇ ਵਿੱਚ ਸਪਸ਼ਟ ਕਰਦੇ ਪਏ ਨੇ, ਆਪਾਂ ਨਾਲ ਦੇ ਨਾਲ ਅਰਥਾਂ ਨੂੰ ਕਰਦੇ ਜਾ ਰਹੇ ਹਾਂ। ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਦੇਖੋ ਵੀ ਉਹਦੀਆਂ ਥਾਵਾਂ ਕਿਹੜੀਆਂ, ਵੀ ਜਿੱਥੇ ਜਿੱਥੇ ਉਹ ਰੱਖਦਾ ਪਿਆ ਹੈ ਨਾ। ਘਰ ਦਾ ਅਰਥ ਕੀ ਹੈ ਇੱਥੇ? ਘਰ ਦਾ ਅਰਥ ਹੈ ਸਰੀਰ, ਤਨ। ਵੀ ਜਿੰਨੇ ਵੀ ਜੀਵ ਜੰਤੂ, ਜਿੰਨੇ ਵੀ ਦੁਨੀਆ ਤੇ ਸੰਸਾਰ ਤੇ ਪੈਦਾ ਕੀਤੀ ਹੈ ਨਾ, ਘਰ ਜਿੱਤ ਜਿੱਤ ਘਰ, ਵੀ ਜਿੰਨੇ ਵੀ ਘਰ ਰੱਖ ਹੈ, ਜਿਹੜੇ ਉਹਨੇ ਰੱਖੇ ਨੇ, ਬਣਾਏ ਨੇ, ਤੈਸਾ ਤੇ ਨਾਉ। ਜਿਵੇਂ ਉਹਨੇ ਰੱਖਿਆ ਘਰ ਬਣਾ ਦਿੱਤਾ, ਉਵੇਂ ਉਵੇਂ ਉਹਦੇ ਨਾਮ ਰੱਖ ਦਿੱਤੇ। ਨਾਮ ਵੀ ਉਸੇ ਨਹੀਂ ਪੈਦਾ ਕੀਤੇ, ਉਹੀ ਬਣਾਉਣ ਵਾਲਾ ਹੈ, ਪੈਦਾ ਵੀ ਉਹ ਕਰਨ ਵਾਲਾ ਹੈ, ਜਾਨ ਵੀ ਉਹ ਪਾਉਣ ਵਾਲਾ ਹੈ, ਲੈ ਕੇ ਵੀ ਉਹ ਜਾਣ ਵਾਲਾ ਹੈ, ਤੇ ਹਰ ਇੱਕ ਥਾਂ ਦੇ ਉੱਪਰ ਉਹ ਆਪ ਹਾਜ਼ਰ ਨਾਜ਼ਰ ਹੈ। ਉਸੇ ਦੀ ਥਾਂ ਹੈ, ਹੋਰ ਕਿਸੇ ਦਾ ਥਾਂ ਨਹੀਂ। ਬੰਦਾ ਤਾਂ ਐਵੇਂ ਮੇਰੀ ਮੇਰੀ ਕਰਦਾ ਪਿਆ ਵੀ ਮੇਰਾ ਥਾਂ ਹੈ, ਮੇਰੀ ਜਗ੍ਹਾ ਹੈ, ਮੇਰਾ ਹੈ ਕੁਝ ਨਹੀਂ। ਸਭ ਕੁਝ ਹੈ ਉਸ ਮਾਲਕ ਦਾ ਹੈ। ਦੇਖੋ ਇਹ ਗੱਲ ਸਪਸ਼ਟ ਤੌਰ ਦੇ ਉੱਪਰ ਸਮਝਣ ਦਾ ਯਤਨ ਕਰਨਾ ਵੀ ਬਾਕੀ ਤਾਂ ਗੱਲਾਂ ਸਾਰੀਆਂ ਛੱਡੋ। ਹੋ ਸਕਦਾ ਚਲੋ ਪੈਸੇ ਲਾ ਕੇ ਜ਼ਮੀਨ ਖਰੀਦੀ ਹੋਵੇ, ਬੰਦੇ ਨੇ ਮਿਹਨਤ ਕੀਤੀ ਹੈ, ਘਰ-ਬਾਰ ਪਾ ਲਿਆ, ਕੋਠੀ ਬਣਾ ਲਈ, ਸਭ ਕੁਝ ਕਰ ਲਿਆ ਨਾ, ਪੈਸੇ ਲਾ ਕੇ ਕਰ ਲਿਆ। ਕਦੇ ਸੋਚ ਕੇ ਵੇਖਣਾ ਵੀ ਆਹ ਸਰੀਰ ਤੇ ਕਿੰਨੇ ਕੁ ਪੈਸੇ ਲਾਏ ਅਸੀਂ, ਕਿੰਨੀ ਕੁ ਅਸੀਂ ਮਿਹਨਤ ਕੀਤੀ ਹੈ। ਜਿਹੜਾ ਤਨ, ਜਿਹੜਾ ਸਰੀਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਿੱਤਾ, ਇਹ ਤੇ ਕੀ ਖਰਚ ਕੀਤਾ ਅਸੀਂ, ਕੀ ਮਿਹਨਤ ਕੀਤੀ? ਸਾਨੂੰ ਇੱਦਾਂ ਹੀ ਮਿਲ ਗਿਆ ਨਾ, ਦਿੱਤਾ ਕਿੰਨੇ? ਮਾਲਕ ਜੀ ਕਹਿੰਦੇ ਵੀ ਆਹ ਜਿਹੜਾ ਸਰੀਰ ਤਨ ਤੋਂ ਬਾਕੀ ਸਾਰਾ ਕੁਝ ਛੱਡ ਦੇ ਨਾ, ਵੀ ਜੇ ਸਰੀਰ ਵੀ ਆ ਤੇਰਾ ਨਹੀਂ, ਇਹ ਵੀ ਉਹਦਾ ਦਿੱਤਾ ਹੋਇਆ ਹੈ, ਤੇ ਮਗਰ ਤਾਂ ਫਿਰ ਰਹੀ ਕੁਝ ਨਹੀਂ ਗਿਆ। ਗੁਰੂ ਸਾਹਿਬ ਦੇ ਬਚਨ ਨੇ ਬਾਣੀ ਅੰਦਰ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਉਹੀ ਸਿਆਣਾ ਹੈ, ਸਭ ਤੋਂ ਉੱਤਮ। ਤੇ ਜਿਹਨੇ ਅਸ ਸਰੀਰ ਨੂੰ ਬਣਾਇਆ, ਇੱਥੇ ਵੀ ਬਸ ਨਹੀਂ। ਹੁਣ ਅਗਲੀ ਪੰਗਤੀ ਪੜ੍ਹ ਲਈ, ਉਹ ਵੀ ਗੁਰੂ ਸਾਹਿਬ ਜੀ ਕਹਿੰਦੇ, ਜੀਓ ਪਾਏ ਪਿੰਡ ਜਿਨ ਸਾਜਿਆ। ਜੀਓ, ਜੀਓ ਦਾ ਅਰਥ ਹੁੰਦਾ ਜਿੰਦ ਜਾਨ, ਪਾ ਕੇ, ਉਹਦੇ ਵਿੱਚ ਪਾ ਕੇ। ਕਾਹਦੇ ਵਿੱਚ? ਪਿੰਡ। ਪਿੰਡ ਕਹਿੰਦੇ ਆ ਸਰੀਰ ਨੂੰ।
ਵੀ ਸਰੀਰ ਦੇ ਵਿੱਚ ਜਿੰਦ ਜਾਨ ਪਾ ਕੇ ਉਸ ਮਾਲਕ ਨੇ ਤੈਨੂੰ ਸਾਜਿਆ ਬਣਾਇਆ ਹੈ ਤਾਂ ਫਿਰ ਉਸੇ ਦਾ ਨਾ ਜਿਹਨੇ ਬਣਾਇਆ। ਇਸ ਕਰਕੇ ਤਾਂ ਗੁਰੂ ਜੀ ਸਮਝਾਉਂਦੇ ਨੇ, ਅਫਸੋਸ ਨਾ ਕਰੀ ਜਿਸ ਕੀ ਵਸਤ ਤਿਸ ਆਗੇ ਰੱਖੈ। ਉਹਦੇ ਅੱਗੇ ਰੱਖ ਦੇ, ਬਸ ਹੈ ਉਹਦੀ ਹੈ। ਇੱਥੇ ਵੀ ਬਸ ਇਸ ਕੀ ਵਸਤ ਸੋਈ ਲੈ ਜਾਏਗਾ, ਜਿਹਦੀ ਵਸਤੂ ਆ ਤੇ ਉਹਨੇ ਲੈ ਕੇ ਚਲੇ ਜਾਣਾ, ਤੈਨੂੰ ਅਰਪਣ ਕਰਨੀ ਪੈਣੀ। ਇਸ ਕਰਕੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਸੌਂਪ ਦੇ ਗੁਰੂ ਅੱਗੇ, ਉਹਦੇ ਅੱਗੇ ਰੱਖ ਦੇ, ਬਸ ਹੈ ਸਾਰਾ ਕੁਝ ਉਸੇ ਦੇ ਹੀ ਹੈ, ਤੇ ਤੇਰਾ ਤਾਂ ਇੱਥੇ ਫਿਰ ਹੈ ਕੁਝ ਨਹੀਂ ਹੈ। ਜੇ ਸਰੀਰ ਨੂੰ ਬਣਾਇਆ, ਤਨ ਬਣਾਇਆ, ਫਿਰ ਆਪਾਂ ਅੱਗੇ ਚਲੋ ਹੋਰ ਪੜ੍ਹ ਲਈਏ। ਇਹਦੇ ਨਾਲ ਹੀ ਬਚਨ ਨੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਬੈਜ ਰਾਖੀ, ਨਾਨਕ ਸਦ ਕੁਰਬਾਨ। ਸਾਰਾ ਕੁਝ ਹੈ ਮੇਰੇ ਮਾਲਕ ਜੀ, ਪ੍ਰਭੂ ਜੀ ਸਾਰਾ ਕੁਝ ਸਾਨੂੰ ਦੇਈ ਜਾਂਦੇ ਆ, ਸਾਰਾ ਕੁਝ ਦੇਈ ਜਾਂਦੇ ਆ। ਰਸ ਵਿਆਪਕ ਨੇ, ਸਾਰੇ ਕਿਤੇ ਹੈ। ਇੱਕ ਵਾਰ ਕੀ ਹੋਇਆ, ਕਿਉਂਕਿ ਦੁਨੀਆ ਦੇ ਵਿੱਚ ਨਾ, ਸੰਸਾਰ ਦੇ ਵਿੱਚ ਗੁਰੂ ਸਰੋ ਸਾਰੇ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਲੋਕ ਨੇ ਜਿਹੜੇ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਆਸਤਕ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਵੀ ਪ੍ਰਮਾਤਮਾ ਹੈ ਨਹੀਂ, ਉਹ ਨੇ ਨਾਸਤਕ। ਇੱਕ ਉਹ ਲੋਕ ਨੇ ਵੀ ਹੈ ਜਾਂ ਨਹੀਂ। ਇੱਕ ਤਾਂ ਦੋ ਜਣੇ ਤਾਂ ਹੋ ਗਏ ਨਾ, ਆਸਤਕ ਤੇ ਨਾਸਤਕ ਹੋ ਗਏ, ਮੰਨਣ ਵਾਲੇ ਤੇ ਨਾ ਮੰਨਣ ਵਾਲੇ ਹੋ ਗਏ। ਇੱਕ ਉਹ ਨੇ ਜਿਹੜੇ ਮੰਨਦੇ ਵੀ ਨੇ ਤੇ ਮੰਨਦੇ ਵੀ ਨਹੀਂ, ਵੀ ਹੈਗਾ ਜਾਂ ਨਹੀਂ ਹੈਗਾ। ਉਹ ਤਿੰਨ ਤਰ੍ਹਾਂ ਦੀਆਂ ਸ਼੍ਰੇਣੀਆਂ ਹੋ ਗਈਆਂ। ਤਿੰਨ ਤਰ੍ਹਾਂ ਦੇ ਲੋਕ ਮਹਾਤਮਾ ਬੁੱਧ ਦੇ ਕੋਲ ਆਉਂਦੇ ਪਏ ਹੈ। ਕਹਾਣੀ ਸਾਂਝੀ ਕਰ ਦੇਗਾ, ਸਪਸ਼ਟ ਹੋ ਜਾਵੇ ਕਿ ਮਹਾਤਮਾ ਬੁੱਧ ਜੀ ਬੈਠੇ ਨੇ, ਇੱਕ ਨਗਰ ਦੇ ਵਿੱਚ ਚਲੇ ਗਏ। ਉਹਨਾਂ ਦੇ ਨਾਲ ਉਹਨਾਂ ਦਾ ਬੜਾ ਪਿਆਰਾ ਸਿੱਖ ਜਿਹੜਾ ਆਨੰਦ ਚੇਲਾ ਆ ਗਿਆ, ਇੱਕ ਮਹਾਤਮਾ ਬੁੱਧ ਦਾ ਚੇਲਾ ਹੋਇਆ, ਆਨੰਦ ਜੀ ਦਾ ਨਾਮ ਹੈ, ਇਹ ਵੀ ਨਾਲ ਹੈ। ਇੱਕ ਨਗਰ ਦੇ ਵਿੱਚ ਜਾ ਕੇ ਬੈਠ ਗਏ। ਨਗਰ ਦੇ ਵਿੱਚ ਜਾ ਕੇ ਜਦੋਂ ਬੈਠੇ ਤੇ ਇੱਕ ਆ ਗਿਆ ਪਿਆਰਾ ਜਾ ਜੀ, ਆ ਕੇ ਮਹਾਤਮਾ ਜੀ ਨੂੰ ਕਹਿਣ ਲੱਗਿਆ, ਕਹਿੰਦਾ ਮਹਾਤਮਾ ਜੀ ਮੇਰੇ ਮਨ ਦੇ ਵਿੱਚ ਨਾ ਇੱਕ ਸਵਾਲ ਹੈ। ਮਹਾਤਮਾ ਜੀ ਕਹਿੰਦੇ ਦੱਸੋ। ਕਹਿੰਦਾ ਜੀ ਸਵਾਲ ਇਹ ਹੈ ਵੀ ਈਸ਼ਵਰ ਹੈ, ਭਾਵ ਕੀ ਪ੍ਰਭੂ ਹੈ, ਪਰਮਾਤਮਾ ਹੈਗਾ ਕਿ ਹੈ ਨਹੀਂ। ਮਹਾਤਮਾ ਬੁੱਧ ਜੀ ਬੈਠੇ ਬੈਠੇ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ, ਈਸ਼ਵਰ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਨਹੀਂ। ਕਹਿੰਦਾ ਜੀ ਮੈਂ ਸੁਣਿਆ ਸੀ ਵੀ ਤੁਸੀਂ ਵੱਡੇ ਨਾਸਤਕ ਹੋ, ਵੀ ਤੁਸੀਂ ਤਾਂ ਆਸਤਕ ਵਾਲੀਆਂ ਗੱਲਾਂ ਕਰੀ ਜਾਂਦੇ ਹੋ। ਮੈਂ ਤਾਂ ਸੁਣਿਆ ਸੀ ਵੀ ਤੁਸੀਂ ਨਾਸਤਕ ਹੋ, ਤੁਸੀਂ ਤਾਂ ਵਿਸ਼ਵਾਸ ਨਹੀਂ ਰੱਖਦੇ। ਮੈਂ ਤਾਂ ਤੁਹਾਡੇ ਕੋਲ ਪੱਕਾ ਦ੍ਰਿੜ ਕਰਨ ਵਾਸਤੇ ਆਇਆ ਸੀ ਵੀ ਪਰਮਾਤਮਾ ਹੈ ਨਹੀਂ, ਤੇ ਤੁਸੀਂ ਮੈਨੂੰ ਦ੍ਰਿੜ ਕਰਵਾ ਦਿੱਤਾ, ਮੈਨੂੰ ਦੱਸ ਦਿੱਤਾ ਵੀ ਉਹ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਵੀ ਉਹੀ ਹੈ। ਈਸ਼ਵਰ ਤੋਂ ਬਿਨਾਂ ਕੋਈ ਹੋਰ ਦੂਜਾ ਕੋਈ ਨਹੀਂ, ਇੱਕੋ ਹੀ ਹੈ। ਜਦੋਂ ਆਹ ਗੱਲ ਕਹੀ ਤੇ ਉੱਠ ਕੇ ਚਲਾ ਗਿਆ। ਕਹਿੰਦੇ ਜਦੋਂ ਦੁਪਹਿਰ ਹੋਈ ਇੱਕ ਹੋਰ ਆ ਗਿਆ, ਉਹ ਵੀ ਕਹਿਣ ਲੱਗਾ, ਕਹਿੰਦਾ ਮਹਾਤਮਾ ਜੀ ਮੇਰੇ ਮਨ ਦੇ ਵਿੱਚ ਨਾ ਇੱਕ ਵਿਚਾਰ ਹੈ, ਇੱਕ ਸਵਾਲ ਹੈ। ਉਹ ਕਹਿੰਦੇ ਭਾਈ ਦੱਸੋ। ਉਹ ਕਹਿਣ ਲੱਗਾ ਜੀ ਮੈਨੂੰ ਇਹ ਦੱਸੋ ਵੀ ਪਰਮਾਤਮਾ ਜਿਹੜਾ ਤੇ ਉਹ ਹੈ ਸੱਚਾ ਨਾ, ਉਹ ਹੈਗਾ ਵੀ। ਮਹਾਤਮਾ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਹੈ ਹੀ ਨਹੀਂ। ਕਹਿੰਦਾ ਜੀ ਮੈਂ ਤਾਂ ਸੁਣਿਆ ਸੀ ਵੀ ਪਹਿਲੇ ਬੰਦਾ ਤੁਹਾਡੇ ਕੋਲ ਆ ਕੇ ਗਿਆ ਕੋਈ, ਉਹ ਕਹਿਣ ਲੱਗੇ ਵੀ ਮਹਾਤਮਾ ਜੀ ਤਾਂ ਬੜੇ ਆਸਤਕ ਨੇ, ਵਿਸ਼ਵਾਸ ਰੱਖਦੇ ਹੈ। ਕਹਿੰਦਾ ਫਿਰ ਮੈਂ ਸਿੱਧ ਕਰਨ ਵਾਸਤੇ ਆਇਆ ਸੀ ਵੀ ਮੈਨੂੰ ਦੱਸੋ ਤੁਸੀਂ ਵੀ ਉਹ ਹੈਗੇ ਨੇ, ਤੇ ਤੁਸੀਂ ਹੁਣ ਮੈਨੂੰ ਜਵਾਬ ਦੇ ਰਹੇ ਹੋ ਵੀ ਉਹ ਹੈ ਹੀ ਨਹੀਂ। ਕਹਿੰਦੇ ਤੁਸੀਂ ਤਾਂ ਨਾਸਤਕ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਜੀ। ਨਾਸਤਕ ਆਇਆ, ਉਹਨੂੰ ਆਸਤਕ ਵਾਲੀ ਗੱਲ ਸਮਝਾਈ। ਜੇ ਨਾਸਤਕ ਆਉਂਦਾ, ਆਪਾਂ ਖਿਮਾ ਕਰਨ, ਜੇ ਆਸਤਕ ਆਉਂਦਾ ਪਿਆ ਤੇ ਉਹਨੂੰ ਨਾਸਤਕ ਵਾਲੀ ਗੱਲ ਸਮਝਾਉਂਦੇ ਪਏ ਆ। ਕਹਿੰਦੇ ਹੈ ਹੀ ਨਹੀਂ। ਉਹ ਵੀ ਵਗ ਗਿਆ, ਤੀਜਾ ਹੋਰ ਆ ਗਿਆ। ਸ਼ਾਮ ਹੋ ਗਈ। ਮਹਾਤਮਾ ਨੂੰ ਕਹਿਣ ਲੱਗਿਆ ਜੀ ਮੈਨੂੰ ਇਹ ਨਹੀਂ ਮੇਰੇ ਦਿਮਾਗ 'ਚ ਸਮਝ ਹੈਗੀ ਮੈਨੂੰ ਵੀ ਪਰਮਾਤਮਾ ਹੈਗਾ ਜਾਂ ਨਹੀਂ ਹੈ। ਮੈਂ ਤਾਂ ਕਹਿੰਦਾ ਦੁਬਦਾ 'ਚ ਪਿਆ ਵੀ ਉਹ ਹੈਗਾ ਜਾਂ ਨਹੀਂ ਹੈਗਾ।
ਮਹਾਤਮਾ ਜੀ ਕਹਿੰਦੇ ਜਦੋਂ ਤੈਨੂੰ ਨਹੀਂ ਪਤਾ ਵੀ ਉਹ ਹੈਗਾ ਜਾਂ ਨਹੀਂ ਹੈਗਾ, ਫਿਰ ਕਹਿੰਦੇ ਮੈਨੂੰ ਕੀ ਪਤਾ ਹੋਊ। ਉਹਨੂੰ ਜਵਾਬ ਇਹ ਦੇਤਾ, ਕਹਿੰਦੇ ਜਦੋਂ ਤੈਨੂੰ ਨਹੀਂ ਪਤਾ ਵੀ ਪਰਮਾਤਮਾ ਹੈਗਾ ਜਾਂ ਨਹੀਂ ਹੈਗਾ, ਜਦੋਂ ਤੈਨੂੰ ਵੀ ਇਸ ਗੱਲ ਦਾ ਪਤਾ ਨਹੀਂ, ਕਹਿੰਦੇ ਫਿਰ ਪਤਾ ਮੈਨੂੰ ਵੀ ਨਹੀਂ। ਉਹ ਵੀ ਚਲਾ ਗਿਆ। ਆਨੰਦ ਕੋਲੇ ਬੈਠਾ ਹੈ, ਚੇਲਾ ਨਾ ਦੁਬਦਾ ਚ ਪੈ ਗਿਆ। ਚਲੇ ਗਏ ਸਾਰੇ। ਜਦੋਂ ਮਹਾਤਮਾ ਜੀ ਨੂੰ ਕਹਿਣ ਲੱਗਿਆ ਨਾ, ਕਹਿੰਦਾ ਜੀ ਤੁਸੀਂ ਮੈਨੂੰ ਮਾਰੋਗੇ ਅੱਜ। ਕਹਿੰਦੇ ਵੀ ਕਿਉਂ, ਮੈਂ ਕਿਉਂ ਮਾਰੂੰ ਤੈਨੂੰ? ਕਹਿੰਦਾ ਜੀ ਮਾਰਨ ਵਾਲੀਆਂ ਗੱਲਾਂ ਕਰਦੇ ਹੋ, ਮੇਰਾ ਤਾਂ ਦਿਮਾਗ ਫਟਣ ਵਾਲਾ ਹੋ ਗਿਆ। ਉਹ ਕਹਿੰਦੇ ਵੀ ਤੇਰਾ ਦਿਮਾਗ ਕਾਹਦੇ ਨਾਲ ਫਟਣ ਵਾਲਾ ਹੋ ਗਿਆ? ਕਹਿੰਦਾ ਮੇਰਾ ਦਿਮਾਗ ਤਾਂ ਇਸ ਕਰਕੇ ਫਟਣ ਵਾਲਾ ਹੋ ਗਿਆ ਵੀ ਪਹਿਲਾ ਬੰਦਾ ਆਇਆ ਉਹਨੂੰ ਹੋਰ ਜਵਾਬ, ਦੂਜਾ ਬੰਦਾ ਆਇਆ ਉਹਨੂੰ ਹੋਰ ਜਵਾਬ, ਤੀਜਾ ਬੰਦਾ ਆਇਆ ਉਹਨੂੰ ਹੋਰ ਜਵਾਬ, ਵੀ ਤੁਸੀਂ ਵੱਖਰੇ ਵੱਖਰੇ ਜਵਾਬ ਦਿੱਤੇ। ਮਹਾਤਮਾ ਜੀ ਕਹਿਣ ਲੱਗੇ ਜਵਾਬ ਮੈਂ ਉਹਨਾਂ ਨੂੰ ਦਿੱਤੇ, ਤੈਨੂੰ ਤਾਂ ਨਹੀਂ ਦਿੱਤਾ, ਤੇਰਾ ਦਿਮਾਗ ਕੋ ਫਟਣ ਵਾਲਾ ਹੋ ਗਿਆ। ਕਹਿੰਦਾ ਜੀ ਚਲੋ ਜੇ ਮੈਨੂੰ ਜਵਾਬ ਨਹੀਂ ਦਿੱਤਾ, ਕਹਿੰਦਾ ਮੈਂ ਕੋਲੇ ਤਾਂ ਬੈਠਾ ਸੀ, ਮੈਂ ਸੁਣਦਾ ਤਾਂ ਪਿਆ ਸੀ। ਉਹ ਕਹਿੰਦੇ ਜੇ ਸੁਣ ਕੇ ਤੂੰ ਮੰਨ ਕੇ ਬੈਠ ਗਿਆ, ਪਿੱਤਰ ਕਦੇ ਸੁਣਨਾ ਹੀ ਗਲਤ ਹੈ, ਸੁਣਨਾ ਨਹੀਂ ਚਾਹੀਦਾ ਸੀ, ਜਾਂ ਫਿਰ ਸਵਾਲ ਤੂੰ ਕਰਦਾ, ਤੈਨੂੰ ਇਹਦਾ ਉੱਤਰ ਮਿਲ ਜਾਂਦਾ। ਕਹਿੰਦਾ ਜੀ ਮੈਨੂੰ ਉਹ ਗੱਲ ਤੁਸੀਂ ਸਪਸ਼ਟ ਕਰੋ, ਮੈਨੂੰ ਇਸ ਗੱਲ ਨੂੰ ਸਮਝਾਓ ਵੀ ਤੁਸੀਂ ਉਹਨਾਂ ਨੂੰ ਵੱਖਰੇ ਵੱਖਰੇ ਆਨਸਰ ਕਿਉਂ ਦਿੱਤੇ। ਗੁਰੂ ਸਵਾਰਕ ਗੱਲ ਧਿਆਨ ਦੇ ਨਾਲ ਨੋਟ ਕਰਿਓ, ਦੁਨੀਆ ਦੇ ਵਿੱਚ ਸੰਸਾਰ ਦੇ ਅੰਦਰ ਤਿੰਨੇ ਤਰ੍ਹਾਂ ਦੇ ਲੋਕ ਨੇ, ਆਸਤਿਕ ਵੀ ਨੇ, ਨਾਸਤਿਕ ਵੀ ਨੇ, ਤੇ ਜਿਹੜੇ ਵਿਸ਼ਵਾਸ ਰੱਖਦੇ ਆ ਨਾ ਰੱਖਣ ਵਾਲੇ ਦੁਬਦਾ ਵਾਲੇ ਵੀ ਨੇ। ਇੱਕ ਮੰਨਣ ਵਾਲੇ ਆ ਤੇ ਨਾਲੇ ਮੰਨਦੇ ਵੀ ਪਏ ਨੇ, ਨਾਲੇ ਕਹਿੰਦੇ ਪਏ ਨੇ ਵੀ ਆਪਾਂ ਉਹੀ ਜੀ ਮੰਨੀ ਹੈ ਨਾ, ਉਹ ਹੈ ਤਾਂ ਦੀਂਦਾ ਤਾਂ ਹੈ ਨਹੀਂ ਕੋਈ। ਆਪਣੇ ਵਰਗੇ ਆਪਾਂ ਰਲਮਾਂ ਜਾ ਗਏ, ਆਪਾਂ ਨਾ ਤਾਂ ਮੰਨਦੇ ਆ, ਮੱਥਾ ਟੇਕਦੇ ਆ, ਨਾਲੇ ਨਾ ਟੇਕਿਆਂ ਵਰਗਾ ਹੋ ਜਾਂਦਾ ਕੰਮ, ਵੀ ਹੋਏਗਾ ਚਲੋ ਅਰਦਾਸ ਕਰ ਦੋ, ਉਹ ਜੇ ਪੂਰੀ ਹੋ ਗਈ ਠੀਕ ਆ, ਨਹੀਂ ਫਿਰ ਨਾ ਸਹੀ। ਵਿਸ਼ਵਾਸ ਨਹੀਂ ਨਾ, ਉਹ ਆਪਾਂ ਉਹਨਾਂ ਚ ਆ ਗਏ। ਮਹਾਤਮਾ ਜੀ ਕਹਿਣ ਲੱਗੇ ਵੀ ਗੱਲ ਇਹ ਨਹੀਂ, ਗੱਲ ਇਹ ਹੈ ਵੀ ਇਹਨਾਂ ਨੇ ਆਪਣਾ ਇੱਕ ਪਲੜਾ ਜਿਹੜਾ ਨਾ ਪਹਿਲਾਂ ਆਇਆ ਸੀ, ਉਹਨੇ ਆਪਣਾ ਇੱਕ ਪਲੜਾ ਭਾਰੀ ਕੀਤਾ ਹੋਇਆ ਸੀਗਾ। ਜਿਹੜਾ ਬੰਦਾ ਕਹਿੰਦੇ ਇੱਕ ਪਲੜਾ, ਇੱਕ ਹੁੰਦਾ ਬੈਲੈਂਸ, ਜਿਹੜਾ ਕਹਿੰਦੇ ਬੈਲੈਂਸ ਬਰਾਬਰ ਰੱਖਦਾ ਨਾ, ਤੇ ਉਹ ਅਸਲ ਦੇ ਵਿੱਚ ਇਸ ਭਵ ਸਾਗਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਤੇ ਜਿਹਦਾ ਬੈਲੈਂਸ ਨਹੀਂ ਨਾ ਹੈ, ਕੋਈ ਬੈਲੈਂਸ ਤੋਂ ਥਿੜਕਦਾ ਹੋਵੇ, ਜਾਂ ਤਾਂ ਕਹਿੰਦੇ ਪੱਕਾ ਹੀ ਵਿਸ਼ਵਾਸ ਹੋਵੇ ਬੰਦੇ ਨੂੰ। ਜੇ ਵਿਸ਼ਵਾਸ ਹੈ ਵੀ ਉਹ ਵਾਹਿਗੁਰੂ ਹੈ ਤਾਂ ਭਰੋਸਾ ਹੋਣਾ ਚਾਹੀਦਾ, ਫਿਰ ਇੱਥੇ ਕਿੰਤੂ ਪ੍ਰੰਤੂ ਸਵਾਲ ਨਹੀਂ ਹੋਣਾ ਚਾਹੀਦਾ ਵੀ ਹੈਗਾ ਜਾਂ ਨਹੀਂ ਹੈਗਾ। ਇਹਦਾ ਭਾਵ ਕੀ ਹੈ ਵੀ ਪਟੜਾ ਹਜੇ ਡਾਮਾਡੋਲ ਹੈ। ਪਹਿਲਾਂ ਆਇਆ ਸੀ, ਕਹਿੰਦੇ ਉਹਨੇ ਸਵਾਲ ਕੀਤਾ ਵੀ ਮੈਨੂੰ ਮਹਾਤਮਾ ਜੀ ਦੱਸੋ ਵੀ ਉਹ ਪਰਮਾਤਮਾ ਹੈਗਾ ਕਿ ਹੈ ਨਹੀਂ। ਕਹਿੰਦੇ ਉਹਨੂੰ ਮੈਂ ਜਵਾਬ ਦਿੱਤਾ ਵੀ ਭਾਈ ਉਹ ਤੋਂ ਬਿਨਾਂ ਕੋਈ ਹੋਰ ਹੈ ਹੀ ਕੋਈ ਨਹੀਂ। ਭਾਵ ਕਿ ਉਹਦਾ ਪਲੜਾ ਜਿਹੜਾ ਡੋਲਦਾ ਸੀ, ਮੈਂ ਦੂਜੇ ਪਲੜੇ 'ਚ ਬੱਟਾ ਪਾ ਦਿੱਤਾ। ਭਾਵ ਕਿ ਉਹਨੂੰ ਸਥਿਰ ਰੱਖਤਾ ਵੀ ਉਹ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਕੋਈ ਨਹੀਂ। ਪੱਕਾ ਕਰ ਦਿੱਤਾ ਨਾ, ਵਿਸ਼ਵਾਸ ਦਿਵਾ ਦਿੱਤਾ ਵੀ ਉਹ ਤੋਂ ਬਿਨਾਂ ਕੋਈ ਨਹੀਂ, ਸਭ ਏਕੋ ਹੈ ਭਾਈ, ਸਭ ਏਕੋ ਹੈ। ਉਹ ਬਸ ਉਸ ਗੋਬਿੰਦ ਤੋਂ ਬਿਨਾਂ ਕੋਈ ਹੈ ਹੀ ਨਹੀਂ। ਗੋਬਿੰਦ ਸਭ ਗੋਬਿੰਦ ਹੈ, ਗੋਬਿੰਦ ਬਿਨਾਂ ਨਹੀਂ, ਗੋਬਿੰਦ ਤੋਂ ਬਿਨਾਂ ਕੁਝ ਹੈ ਹੀ ਨਹੀਂ ਹੈ। ਤੇ ਗੁਰਬਾਣੀ ਵੀ ਕਹਿੰਦੀ ਦ੍ਰਿੜਤਾ ਹੋਣੀ ਚਾਹੀਦੀ ਆ, ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰੇ ਮਾਲਕ ਤੋਂ ਬਿਨਾਂ, ਮੇਰੇ ਪ੍ਰਭੂ ਤੋਂ ਬਿਨਾਂ ਕੋਈ ਦੂਜੀ ਚੀਜ਼ ਹੈ ਹੀ ਨਹੀਂ ਹੈ। ਪਲੜਾ ਦਾ ਡੋਲਣਾ ਨਹੀਂ ਹੈ, ਸਵਾਲ ਨਹੀਂ ਹੋਣਾ ਚਾਹੀਦਾ, ਮਨ 'ਚ ਕਦੇ ਨਹੀਂ ਖਿਆਲ ਲੈ ਕੇ ਆਉਣਾ ਵੀ ਉਹ ਤੋਂ ਬਿਨਾਂ ਕੋਈ ਹੋਰ ਵੀ ਹੈ। ਨਾ ਨਾ ਨਾ, ਇੱਕੋ ਹੀ ਆ ਬਸ। ਮਹਾਤਮਾ ਨੇ ਸਪਸ਼ਟ ਕੀਤਾ। ਦੂਜੇ ਦੀ ਆ ਗਈ ਗੱਲ, ਕਹਿੰਦੇ ਦੂਜਾ ਆ, ਉਹਦਾ ਪਲੜਾ ਭਾਰੀ ਸੀਗਾ ਵੀ ਪਰਮਾਤਮਾ ਹੈ, ਉਹਨੇ ਵੀ ਸਵਾਲ ਇਦਾਂ ਹੀ ਕੀਤਾ। ਫਰਕ ਦੋਨਾਂ 'ਚ ਕੋਈ ਨਹੀਂ ਸੀ। ਭਾਵ ਕੀ ਸੀ ਤੇ ਉਹਨਾਂ ਦੋਨਾਂ ਦੇ ਵਿੱਚ ਫਰਕ ਇੱਥੇ ਹੀ ਪੈ ਗਿਆ ਵੀ ਉਹ ਮੰਨਦਾ ਵੀ ਸੀ ਤੇ ਨਾਲੇ ਸੋਚਦਾ ਪਿਆ ਸੀ ਵੀ ਮਤਲਬ ਕਿ ਪੱਕਾ ਮੋਹਰ ਤਾਂ ਲਵਾ ਲਵਾਂ ਮੈਂ ਹੈ। ਕਹਿੰਦੇ ਉਹਨੂੰ ਫਿਰ ਮੈਂ ਪਲੜਾ ਦੂਜਾ ਭਾਰੀ ਕਰਤਾ ਵੀ ਪਰਮਾਤਮਾ ਹੈ ਹੀ ਨਹੀਂ। ਭਾਵ ਕਿ ਉਹਦਾ ਪੱਕਾ ਵਿਸ਼ਵਾਸ ਬਣ ਜਾਵੇ ਵੀ ਇਹ ਨਾਸਤਿਕ ਤੇ ਮੈਂ ਆਸਤਿਕ ਹਾਂ, ਵੀ ਉਹ ਹੈ, ਮੌਜੂਦ ਹੈ। ਜਿਹੜਾ ਤੀਜਾ ਆਇਆ, ਤੀਜੇ ਦਾ ਕਹਿੰਦਾ ਭਾਈ ਉਹ ਇਸ ਕਰਕੇ ਦਿੱਤਾ ਸੀਗਾ ਜਵਾਬ ਵੀ ਜੇ ਤੈਨੂੰ ਨਹੀਂ ਪਤਾ ਫਿਰ ਪਤਾ ਮੈਨੂੰ ਵੀ ਨਹੀਂ। ਕਹਿੰਦੇ ਕਿਸੇ ਨੂੰ ਪਰਮਾਤਮਾ ਵਿਖਾਇਆ ਨਹੀਂ ਜਾ ਸਕਦਾ, ਨਾ ਉਹ ਦੇਖਿਆ ਜਾ ਸਕਦਾ, ਨਾ ਦਿਖਾਇਆ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਕੋਈ ਮੂਰਖ ਬੰਦਾ ਆਵੇ ਨਾ ਵੀ ਮੈਨੂੰ ਵਿਖਾਓ ਕਿੱਥੇ ਹੈ, ਜਿਹੜਾ ਕਹੇ ਮੈਂ ਦਿਖਾ ਦੂੰ ਉਹ ਵੀ ਮੂਰਖ ਹੈ, ਜਿਹੜਾ ਕਹਿ ਰਿਹਾ ਵੀ ਮੈਨੂੰ ਦਿਖਾਓ ਉਹ ਵੀ ਮੂਰਖ ਹੈ। ਦੋਨੇ ਮੂਰਖ ਨੇ, ਉਹ ਵੇਖਿਆ ਨਹੀਂ ਜਾ ਸਕਦਾ।
ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਵੀ ਉਹ ਵਾਹਿਗੁਰੂ ਅਕਾਲ ਪੁਰਖ ਸਾਰੇ ਕਿਤੇ ਰਸ ਵਿਆਪਕ ਹੈ। ਕੋਈ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਕਿ ਜਿੱਥੇ ਉਹ ਹੈ ਨਹੀਂ। ਸੋ ਕਹਿਣ ਤੋਂ ਮੁਰਾਦ ਹੈ ਗੁਰੂ ਸਵਾਰਿਓ, ਪੱਕਾ ਵਿਸ਼ਵਾਸ, ਸਾਨੂੰ ਪੱਕਾ ਭਰੋਸਾ ਗੁਰੂ ਤੇ ਆਪਣੇ ਦੇ ਉੱਪਰ, ਆਪਣੇ ਵਾਹਿਗੁਰੂ ਦੇ ਉੱਪਰ, ਅਕਾਲ ਪੁਰਖ ਦੇ ਉੱਪਰ ਬਣਾਉਣਾ ਪੈਣਾ ਹੈ ਵੀ ਉਹ ਹੈ, ਰਸ ਵਿਆਪਕ ਹੈ, ਉਹ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਹੁਣ ਰਹੀ ਗੱਲ ਦੂਜੀ, ਇਹ ਲੋਕਾਂ ਨੇ ਸਵਾਲ ਕਿਉਂ ਕੀਤੇ? ਇਹ ਗੱਲ ਮੈਂ ਹੋਰ ਕਹਿ ਦਿਆਂ। ਮਹਾਤਮਾ ਜੀ ਕਹਿਣ ਲੱਗੇ, ਆਨੰਦ ਕਹਿੰਦੇ ਗੱਲ ਇੱਥੇ ਖਤਮ ਨਹੀਂ ਹੋਈ। ਕਹਿੰਦੇ ਤੈਨੂੰ ਤਾਂ ਏਦਾਂ ਵਿਸ਼ਵਾਸ ਜਿਹਾ ਹੋ ਗਿਆ ਨਾ ਵੀ ਗੱਲ ਖਤਮ ਹੋਈ। ਕਹਿੰਦੇ ਇੱਥੇ ਗੱਲ ਖਤਮ ਨਹੀਂ ਹੋਈ, ਗੱਲ ਤਾਂ ਕਹਿੰਦੇ ਇਦੋਂ ਗਾਹਾਂ ਅੱਗੇ ਹੋਰ ਚੱਲੀ ਹੈ। ਕਹਿੰਦਾ ਜੀ ਕੀ? ਕਹਿੰਦੇ ਹਰ ਇੱਕ ਮਨੁੱਖ ਨੇ, ਹਰ ਇੱਕ ਜੀਵ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੀ ਬਿਰਤੀ ਦੇ ਅਨੁਸਾਰ ਵੇਖਣਾ ਹੈ। ਜਿੱਥੇ ਉਹਦੀ ਸੋਚ, ਜਿੱਥੇ ਉਹਦੀ ਬਿਰਤੀ ਰੁਕ ਗਈ, ਉਹਨੇ ਉੱਥੋਂ ਤੱਕ ਵੇਖਣਾ। ਉਦੋਂ ਗਾਹਾਂ ਉਹ ਵੇਖਦੇ ਨਹੀਂ ਵੀ ਉਦੋਂ ਗਾਹਾਂ ਵੀ ਕੁਝ ਹੈ। ਕਹਿੰਦੇ ਕਦੇ ਅੱਗੇ ਲੰਮੀ ਝਾਤ ਮਾਰ ਕੇ ਵੇਖਾਂ ਯਤਨ ਕਰੀ। ਜਿਹੜੇ ਆਸਤਕ ਲੋਕ ਹੁੰਦੇ ਨੇ ਉਹ ਬਸ ਉੱਥੋਂ ਤੱਕ ਰੁਕ ਗਏ ਨੇ, ਉਹਨਾਂ ਦੇ ਭਾਅ ਦਾ ਵੀ ਉਹ ਹੈ ਨਹੀਂ। ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਉਦਾਹਰਨਾਂ ਦੇ ਦੇ ਕੇ ਗੁਰੂ ਸਵਰੋ ਸੱਚ ਜਾਣੋ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਤਤ ਗੁਰਮਤ ਵਾਲੇ ਕਹਿਣ ਵਾਲੇ ਹੈ, ਜਿਹੜੇ ਆਪਣੇ ਆਪ ਨੂੰ ਅਪਗ੍ਰੇਡ ਸਮਝਣ ਵਾਲੇ ਹੈ, ਉਹ ਸੋਚਦੇ ਆ ਵੀ ਇਦੋਂ ਹਾਂ ਕੁਝ ਹੈ ਹੀ ਨਹੀਂ, ਬਸ ਇਹੀ ਹੈ। ਉਦਾਹਰਨ ਕਾਹ ਚੋਂ ਦਿੱਤੀ? ਗੁਰਬਾਣੀ ਦੇ ਵਿੱਚੋਂ। ਇੱਕ ਉਹ ਨੇ ਕਿ ਜਿਹੜੇ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਰੱਖਦੇ, ਉਹਨਾਂ ਨੇ ਉਦਾਹਰਨ ਕਾਹਦੇ ਵਿੱਚੋਂ ਦਿੱਤੀ? ਗੁਰਬਾਣੀ ਦੇ ਵਿੱਚੋਂ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਪਏ ਨੇ ਵੀ ਉਹ ਹੈ ਤੇ ਨਹੀਂ ਵੀ ਹੈ, ਉਹਨਾਂ ਨੇ ਉਦਾਹਰਨ ਕਾਹ ਚੋਂ ਦਿੱਤੀ? ਗੁਰਬਾਣੀ ਦੇ ਵਿੱਚੋਂ। ਹਰ ਇੱਕ ਉਦਾਹਰਨਾਂ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਮਿਲ ਜਾਣਗੀਆਂ। ਹਰ ਇੱਕ ਚੀਜ਼ ਦਾ ਜਵਾਬ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਮਿਲ ਜਾਏਗਾ। ਜੇ ਤੁਸੀਂ ਕਹਿ ਦਿੱਤਾ ਵੀ ਸਿਮਰਨ ਨਹੀਂ ਕਰਨਾ ਚਾਹੀਦਾ, ਉਹ ਵੀ ਗੁਰਬਾਣੀ 'ਚ ਉਦਾਹਰਨਾਂ ਪਈਆਂ। ਜੇ ਤੁਹਾਨੂੰ ਕਹਿ ਦਿੱਤਾ ਵੀ ਪਾਠ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ, ਉਹ ਵੀ ਗੁਰਬਾਣੀ 'ਚ ਉਦਾਹਰਨਾਂ ਮਿਲਣਗੀਆਂ। ਜੇ ਤੁਹਾਨੂੰ ਕਹਿ ਦਿੱਤਾ ਵੀ ਡੱਠੇ ਮੁਕਤ ਨਾ ਹੋਵੇ, ਸ਼ਬਦ ਨਾ ਕਰੇ, ਵਿਚਾਰ ਵੀ ਵਿਚਾਰ ਕਰਨੇ ਚਾਹੀਦੇ, ਹੋਰ ਨਹੀਂ ਕੁਛ ਕਰਨਾ ਚਾਹੀਦਾ, ਉਹ ਵੀ ਗੁਰਬਾਣੀ 'ਚੋਂ ਮਿਲ ਜਾਣਗੀਆਂ। ਸਾਰੀਆਂ ਦਾ ਸਾਰੀਆਂ ਉਦਾਹਰਨਾਂ ਜੇ ਆਪਾਂ ਲੈਣੀਆਂ ਸ਼ੁਰੂ ਕਰ ਦਈਏ ਨਾ, ਹੁਣ ਆਪਾਂ ਸ਼ੁਰੂ ਕਰ ਦਈਏ, ਸਮਾਂ ਕਾਫੀ ਚਾਹੀਦਾ। ਮੈਂ ਇੱਕੋ ਕੀ ਪੰਗਤੀ ਦੇ ਕੇ ਆਪ ਹੀ ਨਾਲ ਗੱਲ ਸਪਸ਼ਟ ਕਰਾਂ। ਪਹਿਲੀ ਗੱਲ, ਆਪਾਂ ਗੱਲ ਕਰਦੇ ਹਾਂ ਸਿਮਰਨ ਦੀ। ਇੱਕ ਲੋਕ ਕਹਿੰਦੇ ਪਏ ਨੇ ਵੀ ਸਿਮਰਨ ਕਰਨਾ ਨਹੀਂ ਚਾਹੀਦਾ। ਵੀ ਸਿਮਰਨ ਕਰਨ ਵਾਲੇ ਨੇ ਕੀ ਖੱਟਿਆ? ਪੰਗਤੀ ਕੀ ਹੈ? ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਪਏ ਸੀ ਨਾ, ਸਿਮਰਨ ਕਰਨ ਵਾਲੇ ਸੀਗੇ, ਜਿਹੜੇ ਰੱਟਾ ਲਾਉਣ ਵਾਲੇ ਸੀ, ਮਾਲਾ ਚੱਕ ਕੇ ਤੁਰਨ ਫਿਰਨ ਵਾਲੇ ਸੀਗੇ, ਕਹਿੰਦੇ ਉਹਨਾਂ ਨੇ ਭਾਈ ਕਿਸੇ ਨੇ ਨਹੀਂ ਪਾਇਆ। ਗੁਰਬਾਣੀ ਕਹਿ ਰਹੀ ਹੈ, ਪੰਗਤੀ ਹੈ ਬਾਣੀ। ਇਹਦਾ ਓਪੋਜ਼ਿਟ ਗੁਰੂ ਸਾਹਿਬ ਜੀ ਹੁਣ ਸਿਮਰਨ ਦੇ ਪ੍ਰਥਾਏ ਕਹਿੰਦੇ ਪਏ ਨੇ ਵੀ ਕਰਨਾ ਚਾਹੀਦਾ। ਗੁਰੂ ਸਾਹਿਬ ਜੀ ਕਹਿੰਦੇ ਪਏ ਨੇ ਰਸਨਾ ਨਾ ਜਪੈ ਰਾਮ, ਤਿਲ ਤਿਲ ਕਰ ਕੱਟੀ ਹੈ। ਹੁਣ ਕਿੱਥੇ ਜਾਓਗੇ? ਗੁਰੂ ਸਾਹਿਬ ਜੀ ਕਹਿੰਦੇ ਨੇ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਦੂਜੇ ਪਾਸੇ ਆਪਾਂ ਅਰਥ ਲਓ ਵੀ ਸਿਮਰਨ ਜਿੰਨਾ ਮਰਜ਼ੀ ਕਰੀ ਚੱਲ ਭਾਈ ਕੋਈ ਫਾਇਦਾ ਨਹੀਂ। ਇੱਧਰੋਂ ਗੁਰੂ ਸਾਹਿਬ ਜੀ ਕਹਿੰਦੇ ਸਿਮਰ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ, ਬਿਨਾਂ ਹਰ ਭਜਨ ਨਾ ਹੀ ਛੁਟਕਾਰਾ। ਕਿਉਂ? ਕਿਉਂਕਿ ਤਤ ਵਿਚਾਰ ਇਹੀ ਹੈ, ਕਹੋ ਨਾਨਕ ਤਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਦੋਨੇ ਗੱਲਾਂ ਆ ਗਈਆਂ ਨਾ। ਸਿਮਰਨ ਨੂੰ ਘੱਟ ਵੀ ਗੁਰਬਾਣੀ ਚੋਂ ਕੀਤਾ ਤੇ ਸਿਮਰਨ ਦੀ ਪ੍ਰੋੜਤਾ ਵੀ ਗੁਰਬਾਣੀ ਦੇ ਵਿੱਚ ਆਈ। ਹੁਣ ਦੂਜੀ ਗੱਲ ਲੈ ਲਓ, ਕਹਿੰਦੇ ਪਾਠ ਪੜ੍ਹਨਾ ਚਾਹੀਦਾ ਹੈ, ਬਾਣੀ ਪੜ੍ਹੀ ਚਲੋ, ਪਾਠ ਕਰੀ ਚਲੋ। ਗੁਰੂ ਸਾਹਿਬ ਜੀ ਕਹਿੰਦੇ ਆ ਪੜ੍ਹ ਪੜ੍ਹ ਗੱਡੀ ਲੱਦੀ ਹੈ। ਕਹਿੰਦੇ ਪਏ ਕਿ ਨਹੀਂ ਪਏ? ਗੁਰੂ ਸਾਹਿਬ ਜੀ ਕਹਿੰਦੇ ਪਏ ਨੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਉ ਬੋਲ ਭੰਗਮ ਸਾਧੇ ਪੰਜ ਜਨਾ ਸਿਓ, ਸੰਗ ਨਾ ਛੁੱਟ ਗੋ ਅੱਧ ਕਹਿ ਬੁੱਧ ਵਾਧੇ। ਜਿੰਨਾ ਮਰਜ਼ੀ ਕਹਿੰਦੇ ਪੜ੍ਹੀ ਚੱਲ, ਜੇ ਪੰਜ ਜਣਿਆਂ ਨੇ ਪੜ੍ਹਿਆ ਖੜਾ ਨਹੀਂ ਛੁੱਟਿਆ। ਗੁਰਬਾਣੀ ਕਹਿ ਰਹੀ ਹੈ। ਗੁਰਬਾਣੀ ਦੇ ਵਿੱਚ ਹੀ ਭਗਤ ਕਬੀਰ ਜੀ ਕਹਿੰਦੇ ਪਏ ਨੇ ਕਿਆ ਪੜ੍ਹੀਏ ਕਿਆ ਗੁਣੀਆਂ ਕਿਆ ਵੇਦ ਪ੍ਰਾਨਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਗੁਰਬਾਣੀ ਕਹਿ ਰਹੀ ਹੈ। ਇਹਦੇ ਹੁਣ ਦੂਜੇ ਪਾਸੇ ਲੈ ਲਓ, ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਪਏ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਸਾਹਿਬ ਜੀ ਕਹਿੰਦੇ ਪਏ ਨੇ ਵੀ ਜਿਹਦੇ ਕੋਲ ਗੁਰੂ ਦਾ ਸ਼ਬਦ ਨਹੀਂ ਹੈ ਤੇ ਸੱਚ ਜਾਣੋ ਤੇ ਉਹ ਗੁਰੂ ਵਾਲਾ ਨਹੀਂ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸਾਹਿਬ ਜੀ ਕਹਿੰਦੇ ਪਏ ਨੇ ਭਾਈ ਤੂੰ ਇਸ ਬਾਣੀ ਦੇ ਸ਼ਬਦ ਦੀ ਵਿਚਾਰ ਕਰ, ਬਾਣੀ ਦਾ ਪਾਠ ਪੜ੍ਹ, ਹਰ ਪੜ੍ਹ ਹਰ ਲਿਖ ਹਰ ਗਾਓ ਹਰ ਭਉ ਪਾਰ ਉਤਾਰੀ। ਜੇ ਤੂੰ ਇਸ ਭਵ ਸਾਗਰ ਤੋਂ ਪਾਰ ਹੋਣਾ ਚਾਹੁੰਦਾ ਹੈ, ਪਰ ਹਰੀ ਦੀ ਬਾਣੀ ਨੂੰ ਪੜ੍ਹ ਵੀ, ਹਰੀ ਦੀ ਬਾਣੀ ਨੂੰ ਲਿਖ ਵੀ, ਹਰੀ ਦੀ ਬਾਣੀ ਨੂੰ ਗਾ ਵੀ। ਇਹ ਵੀ ਬਾਣੀ 'ਚ ਹੀ ਕਹਿ ਰਹੇ ਨੇ।
ਮੈਂ ਗੱਲ ਤਾਂ ਸਾਂਝੀ ਕੀਤੀ। ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ ਗੁਰਬਾਣੀ ਦੇ ਵਿੱਚ। ਜਿਸ ਤਰ੍ਹਾਂ ਦੀ ਤੁਹਾਡੀ ਸੋਚ ਆ ਨਾ, ਥਿੰਕਿੰਗ ਤੁਸੀਂ ਕਿਸ ਤਰ੍ਹਾਂ ਦੀ ਬਣਾਉਣੀ ਹੈ, ਤੇ ਗੁਰਬਾਣੀ ਤੁਹਾਡੀ ਉਸ ਤਰ੍ਹਾਂ ਦੀ ਹੀ ਬਣਾ ਦੇਗੀ। ਗਿਆਨ ਤੁਹਾਨੂੰ ਉਸੇ ਤਰ੍ਹਾਂ ਦੀ ਮਿਲੇਗਾ। ਹਰ ਇੱਕ ਤਰ੍ਹਾਂ ਦਾ ਗਿਆਨ, ਹਰ ਇੱਕ ਤਰ੍ਹਾਂ ਦਾ ਗਿਆਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਤੁਸੀਂ ਨਾਸਤਕ ਵਾਲਾ ਗਿਆਨ ਲੈਣਾ ਸ਼ੁਰੂ ਕਰ ਦਿਓ, ਤੁਹਾਨੂੰ ਗੁਰੂ ਸ੍ਰੀ ਨਾਸਤਕ ਵਾਲਾ ਦੇ ਦੇਣਗੇ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ ਪਈ ਆ। ਪੰਚਮ ਪਿਤਾ ਜੀ ਕੀ ਕਹਿੰਦੇ ਨੇ, ਸੁਣਿਓ ਧਿਆਨ ਦੇ ਨਾਲ। ਆਓ ਜੀ ਅਗਲੀ ਪੰਕਤੀ ਦਾ ਉਚਾਰਨ ਸੁਣਦੇ ਹਾਂ। ਆਪੇ ਕਰਨ ਕਰਾਵਨ ਜੋਗ। ਗੁਰੂ ਸਾਹਿਬ ਨੇ ਗੱਲ ਸਪਸ਼ਟ ਕੀਤੀ। ਮੇਰੇ ਮਾਲਕ ਜੀ ਕਹਿੰਦੇ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਸਤਿਗੁਰੂ ਜੀ ਕਹਿੰਦੇ ਭਾਈ ਆਪੇ ਕਰਨ ਕਰਾਵਨ ਜੋਗ। ਉਹ ਆਪ ਹੀ ਕਰਾਉਣ ਵਾਲਾ ਹੈ, ਉਹ ਆਪ ਹੀ ਕਰਦਾ ਪਿਆ ਸਾਰਾ ਕੁਝ। ਜਿਵੇਂ ਜਿਵੇਂ ਆਪਾਂ ਜਿੱਥੇ ਗੱਲ ਕਰੀ ਸੀ ਨਾ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਜਿਵੇਂ ਉਹ ਰੱਖਦਾ ਨਾ ਘਰ ਦੇ ਵਿੱਚ, ਸਰੀਰ ਰੂਪੀ ਹੰਡ ਦੇ ਵਿੱਚ, ਉਵੇਂ ਹੀ ਉਹਦਾ ਨਾਂ ਪੈ ਜਾਂਦਾ। ਜੇ ਉਹਨੂੰ ਆਸਤਕ ਰੱਖ ਦਿੱਤਾ ਤਾਂ ਉਹ ਆਸਤਕ ਹੀ ਵਜੇਗਾ, ਜੇ ਨਾਸਤਕ ਹੈ ਤਾਂ ਉਹ ਨਾਸਤਕ ਹੀ ਵਜੇਗਾ। ਉਹਨੂੰ ਉਹੀ ਰਸਤਾ ਦੇਤਾ ਮੇਰੇ ਮਾਲਕ ਨੇ ਵੀ ਚੱਲ ਤੂੰ ਇੱਧਰ ਰਸਤੇ ਤੁਰ ਪਾ। ਜੇ ਚੋਰੀ ਦੇ ਰਸਤੇ ਤੁਰ ਪਿਆ ਤਾਂ ਸੱਚ ਜਾਣੀ ਤੈਨੂੰ ਚੋਰੀ ਦੇ ਰਸਤੇ ਤੇ ਤੋਰਤਾ, ਕਹਿੰਦੇ ਚੱਲ ਫਿਰ ਇਸੇ ਰਸਤੇ ਦੇ ਉੱਪਰ। ਮਾਫ ਕਰਿਓ, ਇਸੇ ਬਾਣੀ ਦੇ ਵਿੱਚ ਸਤਿਗੁਰੂ ਜੀ ਸਪਸ਼ਟ ਸਮਝਾਉਂਦੇ ਪਏ ਨੇ, ਜੈਸਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ। ਜੋ ਅਸੀਂ ਆਪਣੀ ਕਰਮਾ ਰੂਪੀ ਖੇਤੀ ਦੇ ਵਿੱਚ ਬੀਜਦੇ ਹਾਂ, ਗੁਰੂ ਸਵਰੂਪ ਸੱਚ ਜਾਣੋ ਤੇ ਵੱਢਦੇ ਅਸੀਂ ਉਹੀ ਹਾਂ। ਸਾਨੂੰ ਚਲਾਉਣ ਵਾਲਾ, ਸਾਨੂੰ ਤੋਰਨ ਵਾਲਾ ਮੇਰੇ ਵਾਹਿਗੁਰੂ ਜੀ ਆਪ ਨੇ। ਉਹ ਆਪ ਹੀ ਤੋਰਨ ਵਾਲੇ। ਉਹ ਅਸੀਂ ਵੇਖਣਾ ਅਸੀਂ ਕਿਹੜੇ ਰਸਤੇ ਦੇ ਉੱਪਰ ਤੁਰਨਾ ਹੈ, ਅਸੀਂ ਕਿਹੜੇ ਰਸਤੇ ਨੂੰ ਅਸੀਂ ਅਪਣਾਉਣਾ ਹੈ। ਅਪਣਾਉਣਾ ਤਾਂ ਅਸੀਂ ਆ ਨਾ। ਚੰਗਾ ਰਸਤਾ ਅਪਣਾ ਲਵਾਂਗੇ, ਮੇਰੇ ਮਾਲਕ ਨੇ ਚੰਗੇ ਪਾਸੇ ਵੱਲ ਤੋਰ ਦੇਣਾ ਹੈ। ਮਾੜਾ ਰਸਤਾ ਅਪਣਾ ਲਿਆ ਤੇ ਮਾਲਕ ਨੇ ਉਧਰ ਨੂੰ ਹੀ ਤੋਰ ਦੇਣਾ। ਕਰਾਉਣ ਵਾਲਾ ਉਹੀ ਹੈ, ਤੋਰਨ ਵਾਲਾ ਉਹੀ ਹੈ। ਸਾਰਿਆਂ ਨੂੰ ਅੱਡੋ ਅੱਡੀ ਆਪੋ ਆਦੇ ਕੰਮਾਂ ਕਾਰਾਂ ਦੇ ਵਿੱਚ ਮੇਰੇ ਮਾਲਕ ਜੀ ਸਤਿਗੁਰੂ ਜੀ ਆਪ ਲਾਉਂਦੇ ਨੇ। ਇੱਥੇ ਸਤਿਗੁਰੂ ਜੀ ਬਚਨ ਕਰਦੇ ਪਏ ਨੇ, ਆਪੇ ਕਰਨ ਕਰਾਵਣ ਜੋਗ। ਉਹ ਕਰਨ ਵਾਲਾ ਤੇ ਕਰਾਉਣ ਵਾਲਾ ਉਹ ਆਪ ਹੀ ਹੈ। ਪ੍ਰਭ ਭਾਵੈ ਸੋਈ ਫੁਨ ਹੋਗਾ। ਹੁਣ ਅਗਲੀ ਗੱਲ ਸਪਸ਼ਟ ਕਰਦੀ। ਗੁਰਦੇਵ ਪਿਤਾ ਜੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਕੁਛ ਨਹੀਂ ਕਰ ਸਕਦਾ, ਕਿਉਂਕਿ ਤੇਰੇ ਹੱਥ ਵਿੱਚ ਕੁਝ ਨਹੀਂ ਹੈ। ਪਹਿਲੀ ਗੱਲ ਤਾਂ ਆਪਾਂ ਪੰਕਤੀ ਪੜ੍ਹੀ ਸੀ ਪਹਿਲਾਂ, ਕਰੇ ਕਰਾਏ ਆਪੇ ਆਪ, ਮਨੁੱਖ ਦੇ ਕਿਸ ਨਹੀਂ ਹੱਥ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ। ਇੱਥੇ ਗੱਲ ਉਸ ਗੱਲ ਦੀ ਪੂਰਤਾ ਸਪਸ਼ਟ ਹੁੰਦੀ ਪਈ ਹੈ। ਸਤਿਗੁਰੂ ਜੀ ਕਹਿੰਦੇ ਪ੍ਰਭ ਭਾਵ ਹੈ, ਜਿਵੇਂ ਉਹਨੂੰ ਚੰਗਾ ਲੱਗਦਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ, ਜਿਵੇਂ ਉਹਨੂੰ ਭਾਉਂਦਾ ਸਾਈ ਭਲੀ ਕਾਰ। ਇੱਥੇ ਸਾਈ ਦਾ ਅਰਥ ਹੁੰਦਾ ਚੰਗਾ, ਉਹੀ ਚੰਗਾ ਜਿਹੜਾ ਉਹਨੂੰ ਲੱਗਦਾ ਪਿਆ। ਉਹੀ ਅਸਲ ਦੇ ਵਿੱਚ ਹੁੰਦਾ ਹੈ ਕਿ ਜੋ ਮੇਰੇ ਮਾਲਕ ਨੂੰ ਭਾਉਂਦਾ, ਜਿਵੇਂ ਉਹਨੂੰ ਚੰਗਾ ਲੱਗਦਾ ਹੈ। ਇੱਥੇ ਵੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਪ੍ਰਭ ਭਾਵ ਹੈ, ਜਿਵੇਂ ਪ੍ਰਭੂ ਨੂੰ ਭਾਉਂਦਾ। ਸਤਿਗੁਰੂ ਜੀ ਕਹਿੰਦੇ ਸੋਈ ਫੁਨ ਹੋਗ। ਫੁਨ ਦਾ ਅਰਥ ਕੀ ਹੈ? ਮੁੜ ਕੇ ਫੇਰ ਦੁਬਾਰਾ। ਕਹਿੰਦੇ ਉਹੀ ਹੁੰਦਾ ਹੈ ਅਸਲ ਦੇ ਵਿੱਚ, ਕੋਈ ਹੋਰ ਨਹੀਂ ਹੋ ਸਕਦਾ। ਜਿਹੜਾ ਉਹਨੂੰ ਭਾ ਗਿਆ, ਜਿਵੇਂ ਉਹਨੂੰ ਚੰਗਾ ਲੱਗਿਆ, ਹੋਣਾ ਉਵੇਂ। ਸਾਡੀ ਮਰਜ਼ੀ ਨਹੀਂ ਚੱਲਣੀ, ਸਾਡੀ ਮਰਜ਼ੀ ਤਾਂ ਬਿਲਕੁਲ ਹੀ ਨਹੀਂ ਚੱਲਦੀ। ਸਾਰਾ ਕੁਝ ਉਹ ਮਾਲਕ ਦੇ ਹੱਥ ਦੇ ਵਿੱਚ ਹੈ। ਹਾਂ, ਇੰਨਾ ਜ਼ਰੂਰ ਹੈ ਵੀ ਅਸੀਂ ਉਦਮ ਕਰ ਸਕਦੇ ਹਾਂ, ਅਸੀਂ ਥੋੜ੍ਹੀ ਜਿਹੀ ਮਿਹਨਤ ਕਰ ਸਕਦੇ ਹਾਂ ਨਾ, ਤੇ ਮਿਹਨਤ ਦਾ ਫਲ ਮੇਰੇ ਮਾਲਕ ਜੀ ਵਾਹਿਗੁਰੂ ਜੀ ਸਾਨੂੰ ਦੇ ਦਿੰਦੇ ਆ। ਮਿਹਨਤ ਇਹ ਤਾਂ ਹੁਣ ਸਤਿਗੁਰੂ ਜੀ ਨੇ ਸਾਨੂੰ ਬਾਣੀ 'ਚ ਵੀ ਸਮਝਾ ਦਿੱਤਾ ਨਾ, ਉਦਮ ਕਰਿੰਦੇ ਆ ਜਿਉਂ ਤੋਂ ਕਮਾਵਦੇ ਆ ਸੁਖ ਪੁੰਜ। ਉਦਮ ਅਸੀਂ ਕਰਨਾ ਹੈ। ਕਿਸ ਤਰ੍ਹਾਂ ਦਾ ਉਦਮ ਕਰਨਾ ਹੈ, ਕੀ ਕਰਨਾ? ਜਿਸ ਤਰ੍ਹਾਂ ਦਾ ਅਸੀਂ ਉਦਮ ਕਰਾਂਗੇ ਉਸੇ ਤਰ੍ਹਾਂ ਦਾ ਸਾਨੂੰ ਫਲ ਦੀ ਪ੍ਰਾਪਤੀ ਹੋਣੀ ਹੈ। ਤੇ ਹੋਵੇਗਾ ਉਹੀ ਤੇ ਜੋ ਮਾਲਕ ਨੂੰ ਪਾਉਂਦਾ ਹੈ। ਤੇ ਜੇ ਮਾਲਕ ਨੂੰ ਨਾ ਪਾਇਆ ਤੇ ਉਹ ਫਿਰ ਅਸਲ ਦੇ ਵਿੱਚ ਹੁੰਦਾ ਹੀ ਨਹੀਂ ਹੈ। ਇੱਕ ਆਪਾਂ ਬੇਨਤੀ ਕਰੀ ਸੀ ਕਾਫੀ ਸਮਾਂ ਪਹਿਲਾਂ, ਸ਼ਾਇਦ ਆਪ ਜੀ ਦੀ ਯਾਦ ਹੋਵੇ, ਜਿਹੜੇ ਰੋਜ਼ ਵਿਚਾਰ ਸੁਣਦੇ ਆ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਸ਼ਬਦ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ, ਸਤਿਗੁਰੂ ਜੀ ਦਾ ਸ਼ਬਦ ਹੈ। ਸ਼ਬਦ ਕੀ ਹੈ? ਸਾਡੇ ਸਾਰਿਆਂ ਦੇ ਯਾਦ ਵੀ ਹੈ, ਮੈਂ ਰਿਪੀਟ ਕਰਨ ਲੱਗਿਆ। ਇਹਦੇ ਅਰਥ ਆਪਾਂ ਥੋੜ੍ਹੇ ਜਿਹੇ ਕਰਕੇ ਅੱਗੇ ਚੱਲਾਂਗੇ।
ਸਤਿਗੁਰੂ ਜੀ ਕਹਿਣ ਲੱਗੇ ਥਿਰ ਕਰ ਵੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਇਸ ਵੈਸੇ ਸਮੁੱਚਾ ਸ਼ਬਦ ਆਪਾਂ ਸਿਰਫ ਇਤੀ ਪੰਕਤੀ ਅਰਥ ਕਰਨਾ। ਪੰਚਮ ਪਿਤਾ ਧੰਨ ਸ੍ਰੀ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰੂ ਜੀ ਕਹਿੰਦੇ ਥਿਰ ਕਰ ਵੈਸੋ ਹਰਿ ਜਨ ਪਿਆਰੇ। ਥਿਰ ਕਰ ਦਾ ਅਰਥ ਹੁੰਦਾ ਵੀ ਪੱਕਾ ਵਿਸ਼ਵਾਸ, ਦ੍ਰਿੜਤਾ ਲੈ ਕੇ ਆਉਣੇ। ਹਰਿ ਜਨ, ਹਰੀ ਦੇ ਜਨ, ਜਿਹੜਾ ਹਰੀ ਦਾ ਜਾਣਾ ਨਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਕ ਹੈ, ਉਹਨੇ ਆਪਣੇ ਗੁਰੂ ਤੇ ਪੱਕਾ ਵਿਸ਼ਵਾਸ ਬਣਾਉਣਾ, ਦ੍ਰਿੜਤਾ ਬਣਾਉਣੀ ਹੈ ਵੀ ਮੇਰੇ ਗੁਰੂ ਨੇ ਮੇਰਾ ਸਾਰਾ ਕਾਰਜ ਸਵਾਰ ਦਿੱਤਾ। ਅਸੀਂ ਤਾਂ ਇਹਨੂੰ ਆਉਣ ਵਾਲੇ ਸਮੇਂ 'ਚ ਲੈ ਜਾਂਦੇ ਆ ਨਾ ਵੀ ਗੁਰੂ ਸਾਹਿਬ ਸਵਾਰਨਗੇ, ਨਾ ਨਾ ਨਾ, ਗੁਰੂ ਸਾਹਿਬ ਨੇ ਵੀ ਸਵਾਰ ਦਿੱਤੇ। ਇੱਕ ਤਾਂ ਵਿਸ਼ਵਾਸ ਹੋ ਗਿਆ ਸਾਨੂੰ ਵੀ ਮੇਰੇ ਮਾਲਕ ਨੇ, ਮੇਰੇ ਵਾਹਿਗੁਰੂ ਜੀ ਨੇ ਸਾਡੇ ਕਾਰਜ ਸਵਾਰ ਦਿੱਤੇ। ਕਿਹੜੇ ਕਾਰਜ ਸਵਾਰੇ? ਵੀ ਜਿਹੜੇ ਮੇਰੇ ਦੁਸ਼ਟ ਸੀ, ਬੈਰੀ ਸੀਗੇ, ਤੇ ਉਹਨਾਂ ਨੂੰ ਖਤਮ ਕਰਤਾ। ਕਿਹੜੇ ਬੈਰੀ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਮੇਰੇ ਪਰਮੇਸ਼ਰ ਵਾਹਿਗੁਰੂ ਜੀ ਨੇ ਉਹਨਾਂ ਨੂੰ ਮਾਰਤਾ, ਖਤਮ। ਵਿਸ਼ਵਾਸ ਲੈ ਲਿਆ। ਥਿਰ ਕਰਦਾ ਅਰਥ ਹੁੰਦਾ ਵੀ ਪੱਕਾ ਵਿਸ਼ਵਾਸ ਬਣਾ ਲੈਣਾ, ਦ੍ਰਿੜਤਾ ਬਣ ਗਿਆ ਮੇਰਾ ਵੀ ਮੇਰੇ ਗੁਰੂ ਨੇ ਮੇਰੇ ਕਾਰਜ ਰਾਸ ਕਰਤੇ। ਬਸ ਮੈਂ ਅਰਦਾਸ ਕਰਤੀ ਤਾਂ ਮੇਰੀ ਹੋ ਗਈ ਪੂਰੀ। ਉਹਨੂੰ ਅੱਗੇ ਤੇ ਲੈ ਕੇ ਆਣਾ ਵੀ ਹੋਵੇਗੀ ਜਾਂ ਨਾ ਹੋਵੇਗੀ, ਪੱਕੀ। ਇੱਕ ਇਹ ਹੈ। ਇੱਕ ਦੂਸਰਾ ਵੀ ਜਦੋਂ ਅਸੀਂ ਗੁਰੂ ਦੇ ਅੱਗੇ ਪੱਕੇ ਤੌਰ ਦੇ ਉੱਪਰ ਅਰਦਾਸ ਬੇਨਤੀ ਕਰਦੇ ਹਾਂ ਨਾ, ਤੇ ਕਈ ਵਾਰ ਇਹ ਚੀਜ਼ ਹੁੰਦੀ ਹੈ ਵੀ ਸਾਨੂੰ ਮੰਗਣ ਦੀ ਜਾਚਨਾ ਨਹੀਂ ਹੈ। ਮੰਗਣ ਦੀ ਜਾਚਨਾ ਕੀ? ਇਹ ਵੀ ਬਾਣੀ ਦੇ ਵਿੱਚ ਮੇਰੇ ਮਾਲਕ ਜੀ ਸਮਝਾਉਂਦੇ ਨੇ ਸਤਿਗੁਰੂ ਜੀ, ਮੰਮਾ ਮੰਗਣ ਹਾਰ ਇਹ ਆ ਨਾ, ਇਹਨੇ ਦਾ ਅਰਥ ਹੁੰਦਾ ਬੇਸਮਝ। ਜਿਹੜਾ ਮੰਗਣ ਵਾਲਾ ਨਾ ਗੁਰੂ ਸਵਾਰਿਓ, ਤੇ ਉਹ ਬੇਸਮਝ ਹੈ, ਉਹਨੂੰ ਸਮਝ ਨਹੀਂ ਵੀ ਮੈਂ ਕੀ ਮੰਗਣਾ ਤੇ ਕੀ ਨਹੀਂ ਮੰਗਣਾ। ਇਹਨੇ ਦਾ ਅਰਥ ਹੁੰਦਾ ਬੱਚਾ। ਵੀ ਜਿਹੜਾ ਬੱਚਾ ਹੈਗਾ, ਬੱਚੇ ਨੇ ਮੰਗ ਰੱਖ ਦੇਣੀ ਆ ਆਪਦੀ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ। ਹੁਣ ਦੇਣ ਵਾਲਾ ਕੀ ਹੈ? ਦੇਨਹਾਰ ਦਿਓ ਸਜਾਨਾ। ਜਿਹੜਾ ਦੇਣ ਵਾਲਾ ਤੇ ਉਹ ਬੜਾ ਸਿਆਣਾ ਹੈ, ਸੁਲਝਿਆ ਹੋਇਆ। ਉਹ ਸੁਲਝੇ ਹੋਏ ਨੇ। ਹੁਣ ਪਿਤਾ ਨੇ ਵੇਖਣਾ ਤੇ ਮਾਂ ਨੇ ਵੇਖਣਾ ਵੀ ਇਹ ਮੇਰੇ ਪੁੱਤ ਦੇ ਚੀਜ਼ ਲਾਇਕ ਹੈਗੀ ਦੇਣ ਦੇ ਜਾਂ ਨਹੀਂ ਹੈ। ਹੁਣ ਪੁੱਤ ਨੇ ਮੰਗ ਕੀ ਕੀਤੀ? ਪੁੱਤ ਮੰਗ ਕਰਦਾ ਪਿਆ ਵੀ ਮੈਂ ਅੱਗ ਨਾਲ ਖੇਡਣਾ। ਤੁਸੀਂ ਸਾਰੇ ਜਣੇ ਸਿਆਣੇ ਬੈਠੇ ਹੋ, ਕਿ ਅਸੀਂ ਆਪਣੇ ਛੋਟੇ ਪੁੱਤਰ ਨੂੰ ਜਾਂ ਧੀ ਨੂੰ, ਛੋਟੇ ਬੱਚੇ ਨੂੰ ਅਸੀਂ ਅੱਗ ਨਾਲ ਖੇਡਣ ਦੀ ਇਜਾਜ਼ਤ ਦੇ ਸਕਦੇ ਹਾਂ? ਨਹੀਂ ਦੇ ਸਕਦੇ ਨਾ। ਹੁਣ ਬੱਚਾ ਰੋਂਦਾ ਪਿਆ, ਬਿਲਕਦਾ ਵੀ ਪਿਆ, ਰੌਲਾ ਵੀ ਪਾਉਂਦਾ ਪਿਆ ਵੀ ਮੈਂ ਤਾਂ ਅੱਗ ਨਾਲ ਖੇਡਣਾ। ਅਸੀਂ ਕੀ ਉਹਦੀ ਭਾਵਨਾ ਨੂੰ ਵੇਖ ਕੇ ਵੀ ਉਹ ਇੰਨਾ ਰੋ ਰਿਹਾ ਕਿ ਮਾਂ ਕਹਿ ਦਿੰਦੀ ਵੀ ਚੰਗਾ ਫਿਰ ਖੇਡ ਲਾ ਤੂੰ ਅੱਗ ਨਾਲ, ਨਹੀਂ ਖੇਡਣ ਦਿੰਦੀ ਨਾ। ਕਿਉਂ? ਕਿਉਂਕਿ ਮਾਂ ਨੂੰ ਪਤਾ ਹੈ, ਬੱਚੇ ਨੂੰ ਸਮਝ ਨਹੀਂ ਵੀ ਮੈਂ ਅੱਗ ਨਾਲ ਖੇਡਾਂਗਾ ਮੈਂ ਸੜ ਜਾਣਾ ਹੈ, ਪਰ ਮਾਂ ਨੂੰ ਤਾਂ ਸਮਝ ਹੈ ਨਾ। ਮਾਂ ਕਦੇ ਆਗਿਆ ਨਹੀਂ ਦਿੰਦੀ। ਹੁਣ ਦੱਸੋ ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਇੱਥੇ ਹੁਣ ਉਹ ਪੁੱਤ ਦੀ ਨਿਗਾਹ ਦੇ ਵਿੱਚ ਜਾਂ ਉਸ ਬੱਚੇ ਦੀ ਨਿਗਾਹ 'ਚ ਮਾਂ ਪਿਓ ਗਲਤ ਹੋ ਗਏ ਜਾਂ ਮਾਂ ਪਿਓ ਬੈਰੀ ਹੋ ਗਏ? ਵੀ ਮੇਰੀ ਮਾਂ ਨੇ ਮੈਨੂੰ ਖੇਡਣ ਨਹੀਂ ਦਿੱਤਾ, ਵੀ ਮੈਂ ਤਾਂ ਮਾਂ ਨਾਲ ਉੱਠ ਗਿਆ। ਇਹੀ ਗੱਲ ਹੋ ਸਕਦੀ ਹੈ ਨਾ। ਮੇਰੀ ਮਾਂ ਨੇ ਮੈਨੂੰ ਖੇਡਣ ਨਹੀਂ ਦਿੱਤਾ, ਮੇਰੇ ਪਿਤਾ ਨੇ ਮੈਨੂੰ ਆਹ ਚੀਜ਼ ਨਹੀਂ ਲੈ ਕੇ ਦਿੱਤੀ, ਤੇ ਮੈਂ ਤਾਂ ਅੱਜ ਤੋਂ ਬਾਅਦ ਮਾਂ ਪਿਓ ਨਾਲ ਬੋਲਣਾ ਹੀ ਨਹੀਂ, ਬਸ ਮੈਂ ਤਾਂ ਕੰਮ ਕਰਨੇ ਨਹੀਂ। ਸਾਡੀ ਹਾਲਤ ਇਦਾਂ ਦੀ ਹੋ ਗਈ ਵੀ ਗੁਰੂ ਦੇ ਅੱਗੇ ਅਸੀਂ ਅਰਦਾਸ ਬੇਨਤੀ ਕੀਤੀ, ਮੇਰੇ ਮਾਲਕ ਜੀ ਕਹਿੰਦੇ ਤੂੰ ਬੇਸਮਝ ਹੈ। ਇੱਕ ਤਾਂ ਵਿਸ਼ਵਾਸ ਰੱਖ, ਆਪਣੀ ਸ਼ਰਧਾ ਰੱਖ, ਇੱਕ ਪੱਕੀ ਦ੍ਰਿੜਤਾ ਰੱਖ ਵੀ ਮੇਰੇ ਗੁਰੂ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ। ਦੂਜੀ ਬੇਨਤੀ ਮੇਰੇ ਸਤਿਗੁਰੂ ਜੀ ਕਰਦੇ ਪਏ ਨੇ ਵੀ ਤੈਨੂੰ ਮੰਗਣ ਦੀ ਜਾਚਨਾ ਵੀ ਆਉਣੀ ਚਾਹੀਦੀ ਹੈ, ਇਹ ਵੀ ਸਮਝ ਹੋਣੀ ਚਾਹੀਦੀ ਹੈ ਮੈਂ ਗੁਰੂ ਤੋਂ ਮੰਗਦਾ ਪਿਆ, ਮੈਂ ਉਹਦੇ ਕਾਬਲ ਹੈ ਜਾਂ ਨਹੀਂ ਹਾਂ। ਅਸੀਂ ਤਾਂ ਆਪਣੀ ਮੰਗ ਰੱਖ ਦਿੱਤੀ, ਬੱਚੇ ਨੇ ਤਾਂ ਆਪਣੀ ਮੰਗ ਰੱਖਤੀ। ਮੰਮਾ ਮੰਗਣ ਹਾਰ ਇਆਨਾ, ਮੇਰੇ ਮਨ ਨੇ ਤਾਂ ਇਆਣੇ ਨੇ ਬੇਸਮਝ ਨੇ ਗੁਰੂ ਅੱਗੇ ਮੰਗ ਰੱਖਤੀ, ਪਰ ਮੇਰੇ ਗੁਰੂ ਨੂੰ ਪਤਾ ਹੈ ਕਿ ਵੀ ਮੈਂ ਆਪਣੇ ਸਿੱਖ ਨੂੰ ਆਹ ਚੀਜ਼ ਦੇਣੀ ਆ ਜਾਂ ਨਹੀਂ ਦੇਣੀ। ਜੇ ਉਹਨੂੰ ਭਾਵੇਗਾ ਤਾਂ ਦੇਵੇਗਾ, ਤੇ ਜੇ ਉਹਨੂੰ ਭਾਇਆ ਨਾ, ਚੰਗਾ ਨਾ ਲੱਗਿਆ ਵੀ ਇਹਦੇ ਕਾਬਲ ਦੀ ਨਹੀਂ, ਉੱਥੇ ਅਸੀਂ ਗਿਲਾ ਸਿਕਵਾ ਨਹੀਂ ਕਰਨਾ ਵੀ ਮੇਰੇ ਮਾਲਕ ਨੇ ਤਾਂ ਮੇਰੀ ਅਰਦਾਸ ਹੀ ਨਹੀਂ ਸੁਣੀ। ਹੋ ਸਕਦਾ ਹੈ ਉਹਦੇ ਵਿੱਚ ਵੀ ਸਾਡਾ ਭਲਾ ਹੈ, ਨਾ ਦੇਣ ਦੇ ਵਿੱਚ ਵੀ ਭਲਾ ਹੈ। ਸਾਨੂੰ ਜੇ ਨਾ ਮਿਲੀ ਨਾ, ਉਹਦੇ ਵਿੱਚ ਵੀ ਭਲਾ। ਆਪ ਜੀ ਇਤਿਹਾਸ ਦੇ ਵਿੱਚ ਇੱਕ ਸਾਖੀ ਜਿਹੜੀ ਹੈਗੀ ਉਹ ਬਹੁਤਿਆਂ ਨੇ ਸੁਣੀ ਹੋਣੀ ਹੈ, ਮੈਂ ਸੰਖੇਪ ਗੱਲ ਕਰਕੇ ਅੱਗੇ ਚੱਲਾਂ। ਤੁਹਾਡੇ ਯਾਦ ਹੋਵੇ ਕਿ ਹਰਗੋਬਿੰਦ ਸਾਹਿਬ ਜੀ ਵੇਲੇ ਇੱਕ ਮਾਤਾ ਸੀਗੀ, ਤੇ ਉਸ ਮਾਤਾ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀਗੀ।
ਔਲਾਦ ਨਹੀਂ ਸੀ। ਤੇ ਉਹਨੇ ਬੜੇ ਤਰਲੇ ਮਿਹਨਤ ਕੀਤੇ, ਬੜਾ ਕੁਝ ਕੀਤਾ। ਗੁਰੂ ਸਾਹਿਬ ਜੀ ਨੂੰ ਕਿਹਾ, ਉਹ ਸਾਖੀ ਕਾਫੀ ਲੰਮੀ, ਮੈਂ ਸੰਖੇਪ ਗੱਲ ਕਰਦਾ ਪਿਆ, ਤੁਹਾਡੇ ਸਾਰਿਆਂ ਨੂੰ ਯਾਦ ਆ ਗਈ ਹੋਣੀ ਵੈਸੇ ਤਾਂ। ਬੜੀਆਂ ਤਰਲੇ ਮਿਹਨਤ ਕੀਤੇ ਵੀ ਮੈਨੂੰ ਘਰ ਦੇ ਵਿੱਚ ਔਲਾਦ ਹੋ ਜਾਵੇ, ਇੰਨੀ ਉਮਰ ਹੋ ਗਈ ਵੀ ਤੁਸੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਭਾਈ ਬੇਬਾ ਤੇਰੇ ਕਰਮਾਂ ਦੇ ਵਿੱਚ ਨਹੀਂ ਹੈ, ਕਰਮਾਂ 'ਚ ਲਿਖੀ ਨਹੀਂ ਹੈ। ਉਹਨੇ ਬੇਨਤੀ ਕੀਤੀ ਹੱਥ ਜੋੜ ਕੇ, ਮਾਲਕ ਜੀ ਉੱਥੇ ਵੀ ਤੁਸੀਂ ਲਿਖਣ ਵਾਲੇ ਸੀ, ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਆਹ ਲੋ ਕਾਗਜ਼ ਤੇ ਕਲਮ, ਜੇ ਉੱਥੇ ਲਿਖਣਾ ਭੁੱਲ ਗਏ ਹੋ ਤਾਂ ਇੱਥੇ ਲਿਖ ਦਿਓ। ਏਕਾ ਪਾਉਣ ਲੱਗੇ ਸੀ, ਕਹਿੰਦੇ 7 ਪੈ ਗਏ ਸੀਗੇ। ਉਹਦੇ 7 ਪੁੱਤਰ ਹੋਏ ਸੀਗੇ ਤੇ 7 ਪੁੱਤਰ ਸ਼ਹੀਦ ਹੋਏ ਸੀਗੇ। ਸੋ ਖੈਰ, ਕਹਿਣ ਤੋਂ ਮੁਰਾਦ ਹੈ ਵੀ ਮੇਰੇ ਮਾਲਕ ਦੇ ਉੱਪਰ ਇੱਕ ਵਿਸ਼ਵਾਸ ਸੀ, ਉਹਦੀ ਇੱਕ ਸਰਧਾ ਸੀ, ਭਾਵਨਾ ਸੀ ਗੁਰੂ ਦੇ ਅੱਗੇ। ਤੇ ਗੁਰੂ ਤੇ ਜੇ ਵਿਸ਼ਵਾਸ ਹੋਵੇ ਤੇ ਮੇਰੇ ਸਤਿਗੁਰੂ ਜੀ ਸਾਰਿਆਂ ਦੀ ਭਾਵਨਾ ਪੂਰੀ ਕਰ ਦਿੰਦੇ ਆ। ਭਰੋਸਾ ਹੋ ਸੀਗਾ। ਪੋਸ਼ਾਕ ਬਣਾ ਕੇ ਰੱਖੀ ਆਪਣੇ ਗੁਰੂ ਸਾਹਿਬ ਵਾਸਤੇ, ਮੈਂ ਆਪਣੇ ਹੱਥੀ ਆਪਣੇ ਗੁਰੂ ਨੂੰ ਦੇਣੀ ਹੈ। ਲੋਕ ਜਿਹੜੇ ਸੀਗੇ ਤੇ ਉਹ ਚਿਹੜਾਂ ਕਰਨੀਆਂ ਸ਼ੁਰੂ ਕਰਨ ਲੱਗੇ ਵੀ ਇਹ ਅੱਖਾਂ ਤੋਂ ਅੰਨੀ ਹੋ ਗਈ, ਇੰਨੀ ਬਿਰਧ ਹੋ ਗਈ ਵੀ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਕਿਵੇਂ ਦੇਣੇ। ਉਹ ਕਹਿੰਦੀ ਵੀ ਨਹੀਂ, ਮੇਰਾ ਗੁਰੂ ਮੇਰੇ ਕੋਲ ਆਏਗਾ ਤੇ ਜਦੋਂ ਮੇਰੇ ਕੋਲ ਆਏਗਾ ਤਾਂ ਮੈਂ ਗੁਰੂ ਨੂੰ ਅੱਗੇ ਆਪਣੇ ਪੋਸ਼ਾਕ ਅਰਪਣ ਕਰਾਂਗੀ। ਵਿਸ਼ਵਾਸ ਸੀਗਾ। ਲੋਕ ਕਹਿਣ ਲੱਗੇ ਉਹਦੇ ਪੁੱਤਰ ਨੂੰ, ਕਹਿੰਦੇ ਤੂੰ ਆਪਣੀ ਮਾਂ ਨੂੰ ਸਮਝਾ ਵੀ ਕਿਉਂ ਹੈਂਡ ਫੜੀ ਬੈਠੀ ਹੈ, ਵੀ ਤੁਸੀਂ ਜਾ ਕੇ ਗੁਰੂ ਸਾਹਿਬ ਜੀ ਨੂੰ ਉੱਥੇ ਦੇ ਆਓ ਜਿੱਥੇ ਗੁਰੂ ਸਾਹਿਬ ਜੀ ਬੈਠੇ ਨੇ, ਚਲੇ ਜਾਓ। ਉਹਨੇ ਕਿਹਾ ਮਾਂ ਵੀ ਜੇ ਤੇਰੀ ਭਾਵਨਾ ਵੀ ਤੂੰ ਗੁਰੂ ਸਾਹਿਬ ਨੂੰ ਦੇਣੀ ਹੈ ਪੋਸ਼ਾਕ, ਵੀ ਆਪਾਂ ਜਾ ਕੇ ਦੇ ਆਉਣੇ, ਮੈਂ ਜਾ ਕੇ ਦੇ ਆਉਣਾ, ਬਣਾਈ ਤਾਂ ਤੂੰ ਆ। ਉਹ ਕਹਿੰਦੀ ਨਾ, ਮੇਰਾ ਗੁਰੂ ਆ ਕੇ ਖੁਦ ਮੇਰੇ ਕੋਲ ਲਏਗਾ। ਇਤਿਹਾਸ ਇਸ ਗੱਲ ਦਾ ਗਵਾਹ, ਤੇ ਮੇਰੇ ਸਤਿਗੁਰੂ ਜੀ ਆਪ ਖੁਦ ਉਸ ਘਰ ਦੇ ਵਿੱਚ ਪਹੁੰਚੇ ਸੀਗੇ। ਕਿਉਂਕਿ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ, ਭਰੋਸਾ ਸਭ ਤੋਂ ਵੱਡੀ ਗੱਲ ਹੈ। ਸੋ ਕਹਿਣ ਤੋਂ ਮੁਰਾਦ ਹੈ ਕਿ ਇੰਨੀ ਕੁ ਸਰਧਾ, ਇੰਨੀ ਕੁ ਭਾਵਨਾ, ਭਰੋਸਾ ਸਾਡਾ ਹੋਵੇ ਵੀ ਮੇਰਾ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ। ਦੂਜੀ ਗੱਲ ਕਿ ਅਸੀਂ ਉਹ ਮੰਗ ਕਰੀਏ, ਮੰਗ ਅਸੀਂ ਕਰਨੀ ਹੈ, ਸਾਡੇ ਕੋਲ ਹੋਰ ਕੋਈ ਥਾਂ ਨਹੀਂ ਕਿ ਜੀ ਤੋਂ ਅਸੀਂ ਕੁਝ ਮੰਗ ਸਕੀਏ, ਕਿਉਂਕਿ ਸਾਡੇ ਕੋਲ ਇੱਕੋ ਹੀ ਹੈ ਜਿਹਦੇ ਕੋਲ ਅਸੀਂ ਦਾਤਾ ਮੰਗਣੀ। ਹਾਂ, ਭਿਖਕ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ। ਅਸੀਂ ਤਾਂ ਭਖਾਰੀ ਹਾਂ, ਗੁਰੂ ਸਵਰੋ ਸੱਚ ਜਾਣਿਓ, ਤੇ ਮੇਰਾ ਦਾਤਾ ਜੀ ਸਾਨੂੰ ਦਾਤਾਂ ਦੇਣ ਵਾਲੇ ਹੈ। ਹੁਣ ਦਾਤਾਂ ਉਹਨਾਂ ਨੇ ਕਿਹੜੀਆਂ ਦੇਣੀਆਂ? ਉਹ ਦਾਤਾਂ ਸਾਨੂੰ ਉਹ ਦੇਗਾ ਜਿਹੜੀਆਂ ਉਹਨੂੰ ਭਾਗੀਆਂ ਵੀ ਹਾਂ ਇਹਦੇ ਇਹ ਕਾਬਲ ਹੈ ਲੈਣ ਦੇ ਤੇ ਇਹਦੇ ਇਹ ਕਾਬਲ ਨਹੀਂ ਹੈ। ਦੱਦੈ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇ, ਜਿਹੜਾ ਭਾਗੇ। ਇੱਥੇ ਵੀ ਗੱਲ ਗੁਰੂ ਸਾਹਿਬ ਜੀ ਕਰਦੇ ਪਏ ਨੇ, ਪ੍ਰਭ ਭਾਵੈ ਸੋਈ ਫਨ ਹੋਗ। ਜਿਹੜਾ ਉਹਨੂੰ ਭਾਗਿਆ, ਉਹ ਫਨ ਮਤਲਬ ਦੇ ਵਿੱਚ ਸਾਰਾ ਕੁਝ ਜਿਹੜਾ ਉਹੀ ਹੀ ਹੁੰਦਾ ਹੈ, ਉਹ ਤੋਂ ਸਿਵਾਏ ਕੁਝ ਹੋਰ ਨਹੀਂ ਹੁੰਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ। ਸਤਿਗੁਰੂ ਜੀ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ, ਗੁਰੂ ਸਾਹਿਬ ਨੇ ਕਮਾਲ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਮੈਂ ਕਦੇ ਕਦੇ ਹੈਰਾਨ ਹੋਣਾ ਵੀ ਅਸੀਂ ਨਾ ਐਡੇ ਢੀਠ ਹੋ ਗਏ, ਮਾਫ ਕਰੋ ਮੈਂ ਸ਼ਬਦ ਵਰਤਣਾ ਪੈ ਰਿਹਾ, ਅਸੀਂ ਇੰਨੇ ਕੁ ਢੀਠ ਹੋ ਗਏ ਵੀ ਇੱਕ ਵੀ ਉਦਾਹਰਣ ਸਮਝਣ ਲਈ ਤਿਆਰ ਨਹੀਂ। ਇੰਨੀਆਂ ਸੌਖੀਆਂ ਉਦਾਹਰਨਾਂ, ਇੰਨੀਆਂ ਸਪਸ਼ਟ ਉਦਾਹਰਨਾਂ, ਬੜੀਆਂ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਮੇਰੇ ਗੁਰੂ ਨੇ ਦਿੱਤੀਆਂ। ਦੇਖੋ ਕਿੰਨਾ ਸੋਹਣੀ ਉਦਾਹਰਨ ਦਿੱਤੀ ਹੈ। ਸਤਿਗੁਰੂ ਜੀ ਕੀ ਕਹਿੰਦੇ ਪੈਨੇ? ਕਹਿੰਦੇ ਪਸਰਿਓ ਆਪ। ਪਸਰਿਓ ਦਾ ਅਰਥ ਹੁੰਦਾ ਵੀ ਸਾਰੇ ਕਿਤੇ ਉਹਦਾ ਪਸਾਰਾ ਹੈ। ਕੌਣ ਹੈ? ਆਪ ਹੀ ਪਸਰਿਆ ਹੋਇਆ। ਕੀ ਕਹਿੰਦੇ ਪੈਨੇ? ਕਹਿੰਦੇ ਪਸਰਿਓ ਆਪ ਹੋਏ ਅਨੰਤ ਤਰੰਗ। ਅਨੇਕਾਂ ਤਰੰਗਾਂ ਦੇ ਵਿੱਚ ਸਾਰੇ ਕਿਤੇ ਉਹ ਆਪ ਹੀ ਪਸਰਿਆ ਹੋਇਆ ਹੈ। ਥੋੜੀ ਜਿਹੀ ਉਦਾਹਰਨ ਸਮਝਣ ਦਾ ਯਤਨ ਕਰਿਓ। ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਕੋਈ ਭੇਦ ਨਹੀਂ ਹੈ। ਪਹਿਲੀ ਗੱਲ ਗੁਰੂ ਸਾਹਿਬ ਨੇ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ। ਜਿੱਥੇ ਆਪਾਂ ਤਰੰਗ ਦੀ ਗੱਲ ਕਰਨੀ ਹੈ, ਪਾਣੀ ਦੀਆਂ ਲਹਿਰਾਂ ਦੇ ਵਿੱਚ ਉਹ ਤਰੰਗਾਂ ਉੱਠਦੀਆਂ ਤੇ ਪਾਣੀ ਦੇ ਵਿੱਚ ਹੀ ਉਹ ਸਮਾ ਜਾਂਦੀਆਂ। ਤਰੰਗਾਂ ਦੇ ਪਾਣੀ ਦੀਆਂ ਲਹਿਰਾਂ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ ਹੈ। ਮੋਹੀ ਤੋਹੀ, ਤੋਹੀ ਮੋਹੀ, ਅੰਤਰ ਕੈਸਾ? ਉਹਦੇ ਵਿੱਚ ਕੋਈ ਅੰਤਰ ਨਹੀਂ ਹੈ ਸਾਰਾ ਕੁਝ ਉਹੀ ਹੈ। ਇੱਥੇ ਵੀ ਬਸ ਨੇ। ਸਤਿਗੁਰੂ ਜੀ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਦੇ ਵਿੱਚ ਤੇ ਕਿਰਨਾਂ ਦੇ ਵਿੱਚ ਕੋਈ ਫਰਕ ਨਹੀਂ। ਕਿਵੇਂ? ਸੂਰਜ ਦੀਆਂ ਕਿਰਨਾਂ ਸੂਰਜ ਦੇ ਵਿੱਚ ਹੀ ਜਾ ਕੇ ਮਿਲ ਜਾਂਦੀਆਂ, ਪਾਣੀ ਨੂੰ ਪਾਣੀ 'ਚ ਮਿਲਾ ਦੀ ਇੱਕ ਮਿਕ ਹੋ ਜਾਂਦਾ। ਅਗਲੀ ਗੱਲ, ਪਾਣੀ ਦੀਆਂ ਲਹਿਰਾਂ ਉੱਠਦੀਆਂ
ਜੇ ਪਾਣੀ ਦੀ ਸਲ, ਪਾਣੀ ਦੀ ਲਹਿਰ ਪਾਣੀ ਦੇ ਨਾਲੋਂ ਟੁੱਟ ਜਾਵੇ, ਬਾਹਰ ਆ ਜਾਵੇ, ਕਹਿਣ ਤੋਂ ਭਾਵ ਉਹ ਲਹਿਰ, ਉਹ ਪਾਣੀ ਖਰਾਬ ਹੋ ਜਾਂਦਾ ਹੈ। ਹੁਣ ਆਪਾਂ ਕਦੇ ਇਸ ਗੱਲ ਦਾ ਨਾ ਅਸੀਂ ਕਦੇ ਐਕਸਪੈਰੀਮੈਂਟ ਨਹੀਂ ਕਰਕੇ ਦੇਖਿਆ, ਕਦੇ ਅਸੀਂ ਇਸ ਚੀਜ਼ ਨੂੰ ਨਹੀਂ ਵੇਖਿਆ ਵੀ ਦੇਖੋ ਧਰਤੀ ਦੇ ਵਿੱਚ ਪਾਣੀ ਹੈ ਨਾ, ਅਸੀਂ ਰੋਜ਼ ਕਹਿੰਦੇ ਵੀ ਤਾਜ਼ਾ ਪਾਣੀ ਪੀਣਾ ਹੈ ਨਾ, ਸਵੇਰੇ ਉੱਠਦੇ ਹਾਂ ਤਾਜ਼ਾ ਪਾਣੀ ਪੀਂਦੇ, ਧਰਤੀ 'ਚੋਂ ਪਾਣੀ ਕੱਢਿਆ, ਪਾਣੀ ਤਾਂ ਪਾਣੀ ਹੈ, ਭਰ ਕੇ ਰੱਖ ਲਿਆ ਅਸੀਂ, ਦੂਏ ਦਿਨ ਉਹ ਬੇਹਾ ਕਿਵੇਂ ਹੋ ਗਿਆ ਜੀ? ਪਾਣੀ ਤਾਂ ਪਾਣੀ ਹੈ ਨਾ, ਥੱਲੇ ਵਾਲਾ ਪਾਣੀ ਖਬਰ ਕਿੰਨੇ ਕੁ ਯੁੱਗਾਂ ਦਾ ਪਿਆ, ਉਹ ਬੇਹਾ ਕਿਉਂ ਨਹੀਂ ਹੋਇਆ? ਹੈ ਤਾਂ ਮਿੱਟੀ ਧਰਤੀ 'ਚ ਹੀ ਹੈ, ਉਹ ਪਾਣੀ ਪਿਆ, ਉਹਦੇ ਧਰਤੀ 'ਚੋਂ ਕੱਢਿਆ ਪਾਣੀ, ਉਹ ਅਸੀਂ ਬੇਹਾ ਕਹਿੰਦੇ ਆ। ਇੱਥੇ ਵੀ ਬਸ ਨਹੀਂ, 2 ਦਿਨ ਪਿਆ ਰਹੇ, 5 ਦਿਨ ਪਿਆ ਰਹੇ, ਮਹੀਨਾ ਪਿਆ ਰਹੇ, ਪਾਣੀ ਖਰਾਬ ਹੋ ਜਾਂਦਾ ਹੈ। ਉਹ ਮਹੀਨਾ ਪਿਆ ਪਾਣੀ ਖਰਾਬ ਹੋਇਆ, ਕਿਰਮ ਪੈ ਗਏ, ਜਿਹੜਾ ਧਰਤੀ ਦੇ ਥੱਲੇ ਇੰਨਾ ਪਾਣੀ ਹੈ ਉਹਦੇ ਵਿੱਚ ਕਿਰਮ ਕਿਉਂ ਨਹੀਂ ਪਏ, ਉਹ ਖਰਾਬ ਕਿਉਂ ਨਹੀਂ ਹੋਇਆ? ਕਦੇ ਇਸ ਚੀਜ਼ ਬਾਰੇ ਸੋਚਿਆ ਸੀ? ਕਦੇ ਵਿਚਾਰ ਕਰੀ? ਬਸ ਇਹ ਗੱਲ ਸਮਝ ਲਿਓ, ਜਿਹੜੀ ਚੀਜ਼ ਆਪਦੇ ਧੁਰੇ ਨਾਲੋਂ ਟੁੱਟ ਜਾਂਦੀ ਹੈ ਨਾ, ਤੇ ਸੱਚ ਜਾਣਿਓ ਤੇ ਉਹ ਖਰਾਬ ਹੋ ਜਾਂਦੀ ਹੈ। ਸਾਡੇ ਸਰੀਰ ਦੇ ਅੰਗ ਨੇ, ਜੇ ਇੱਕ ਅੰਗ ਟੁੱਟ ਜਾਵੇ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਦਰਖਤ ਦੀਆਂ ਟਾਹਣੀਆਂ ਨੇ, ਜੇ ਇੱਕ ਟਾਹਣੀ ਟੁੱਟ ਜਾਵੇ ਤਾਂ ਟਾਹਣੀ ਸੁੱਕ ਜਾਂਦੀ ਹੈ। ਸਾਡਾ ਮੋਲ, ਸਾਡਾ ਧੁਰਾ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਨੇ, ਅਸੀਂ ਉਹਨਾਂ ਦੇ ਨਾਲੋਂ ਟੁੱਟੇ ਹੋਏ ਹਾਂ। ਆਤਮਾ ਸਾਡੀ ਟੁੱਟੀ ਹੈ, ਜਿਹਦੇ ਕਰਕੇ ਸਾਡੀ ਆਤਮਾ ਮਲੀਨ ਹੋ ਗਈ, ਮਲੀਨ, ਮੈਲੀ। ਗੁਰੂ ਸਾਹਿਬ ਜੀ ਇਸ ਕਰਕੇ ਕਹਿੰਦੇ ਪਏ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਕਾਲਾ ਹੋ ਚੁੱਕਿਆ। ਕਿਉਂ ਮੈਲੀ ਹੋ ਗਈ? ਕਿਉਂਕਿ ਉਸ ਵਾਹਿਗੁਰੂ ਜੀ ਦੇ ਨਾਲ ਧੁਰੇ ਦੇ ਨਾਲੋਂ ਟੁੱਟ ਚੁੱਕੀ ਹੈ। ਸਤਿਗੁਰੂ ਜੀ ਕਹਿੰਦੇ ਤੂੰ ਮਿਲਣਾ ਕਿਵੇਂ ਹੈ? ਉਦਾਹਰਨ ਦਿੱਤੀ ਨੇ ਬੜੀਆਂ ਸੋਹਣੀਆਂ, ਕਹਿੰਦੇ ਇਸ ਤਰ੍ਹਾਂ ਮੇਲ ਜਿਵੇਂ ਕਹਿੰਦੇ ਸੂਰਜ ਦੀਆਂ ਕਿਰਨਾਂ ਸੂਰਜ ਵਿੱਚ ਮਿਲ ਜਾਂਦੀਆਂ, ਜੇ ਪਾਣੀ ਨੂੰ ਪਾਣੀ 'ਚ ਪਾ ਦਈਏ ਤੇ ਪਾਣੀ ਰੂਪ ਹੋ ਜਾਂਦਾ। ਸੱਚ ਜਾਣੋ, ਗੰਦਾ ਪਾਣੀ, ਨਾਲੀਆਂ ਦਾ ਪਾਣੀ, ਟੋਭਿਆਂ ਦਾ ਪਾਣੀ ਜੇ ਜਮਨਾ ਦੇ ਵਿੱਚ ਪਾਇਆ ਜਾਵੇ ਤਾਂ ਜਮਨਾ ਰੂਪ ਹੋ ਜਾਂਦਾ ਹੈ। ਜੇ ਅਸੀਂ ਜਿੰਨੇ ਮਰਜ਼ੀ ਮਲੀਨ ਹੋਈਏ, ਸਾਡੀ ਮੱਤ ਜਿੰਨੀ ਮਰਜ਼ੀ ਮਲੀਨ ਹੋਵੇ, ਸੱਚ ਜਾਣਿਓ ਜੇ ਅਸੀਂ ਆਪਣੇ ਗੁਰੂ ਦੇ ਨਾਲ ਇੱਕ ਮਿਕ ਹੋ ਜਾਈਏ ਤੇ ਅਸੀਂ ਵੀ ਪਵਿੱਤਰ ਹੋ ਜਾਵਾਂਗੇ, ਅਸੀਂ ਮੈਲੇ ਨਹੀਂ ਰਹਾਂਗੇ। ਗੁਰੂ ਸਾਹਿਬ ਜੀ ਕਹਿੰਦੇ ਭਾਈ ਆਹ ਚੀਜ਼ ਨੂੰ ਸਮਝਣ ਦਾ ਯਤਨ ਕਰ। ਕਹਿਣ ਲੱਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਤੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਵੀ ਆਪਣੀ ਜੋਤ ਨੂੰ ਉਹਦੀ ਜੋਤ ਦੇ ਵਿੱਚ ਸਮਾ ਲੈ। ਜੋਤੀ ਜੋਤ ਰਲੀ, ਜੇ ਤੇਰੀ ਜੋਤ ਉਹਦੇ ਵਿੱਚ ਰਲ ਜਾਵੇ, ਸਪੂਰਨ ਥੀਆ ਰਾਮ। ਇੱਥੇ ਵੀ ਵਸ ਨਹੀਂ, ਨਾਨਕ ਲੀਨ ਭਿਓ ਗੋਬਿੰਦ ਸਿਓ, ਜਿਉ ਪਾਣੀ ਸੰਗ ਬਾਣੀ। ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਮੇਰੇ ਮਾਲਕ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਗੁਰੂ ਸਵਾਰੋ ਮਾਫ ਕਰਿਓ, ਇੱਕ ਵੀ ਉਦਾਹਰਨ ਨੂੰ ਜੇ ਅਸੀਂ ਪੱਲੇ ਬੰਨ੍ਹ ਲਈਏ ਤੇ ਮੇਰੇ ਖਿਆਲ ਸਾਡਾ ਜੀਵਨ ਸਵਰ ਸਕਦਾ ਹੈ। ਸਤਿਗੁਰੂ ਜੀ ਬੜੇ ਪਿਆਰ 'ਚ ਸਮਝਾਉਂਦੇ ਪਏ ਨੇ, ਕਹਿੰਦੇ ਸਾਰੇ ਕਿਤੇ ਨਾ ਉਹ ਅਨੇਕਾਂ ਤਰੰਗਾਂ ਦੇ ਨਾਲ ਉਹੀ ਹੀ ਆਪ ਵਿਆਪਕ ਹੈ। ਪਸਰਿਓ ਆਪ ਹੋਇਓ ਅਨੰਤ ਤਰੰਗ। ਉਹ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਦੇ ਵਿੱਚ ਉਹ ਆਪ ਹੀ ਵਸ ਰਿਹਾ ਹੈ। ਜੀਵ ਜੰਤੂਆਂ ਦੇ ਵਿੱਚ, ਕੀੜੇ ਮਕੌੜਿਆਂ ਦੇ ਵਿੱਚ, ਸਾਰੀ ਬਨਸਪਤੀ ਦੇ ਵਿੱਚ, ਸਾਡੇ ਦੇ ਵਿੱਚ, ਇਹ ਸਾਰੀਆਂ ਉਹਦੀਆਂ ਤਰੰਗਾਂ ਨੇ। ਸਾਰਿਆਂ ਦੇ ਵਿੱਚ ਉਹ ਆਪ ਹੀ ਹੈ, ਉਸੇ ਦੀ ਜੋਤ ਹੈ। ਸਾਰੇ ਕਿਤੇ ਉਹ ਆਪ ਹੀ ਰਸ ਵਿਆਪਕ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਗੁਰੂ ਸਵਰ ਆਪਣਾ ਸਮਾਂ ਹੁੰਦਾ ਜਾ ਰਿਹਾ ਹੈ, ਮੈਂ ਛੇਤੀ ਸਮਾਪਤੀ ਦੇ ਵੱਲ ਵਧਾਂ। ਬੜੇ ਪਿਆਰ ਸਤਿਗੁਰੂ ਜੀ ਸਮਝਾਉਂਦੇ ਪਏ ਨੇ। ਆਪਾਂ ਜਿੰਨਾ ਮਰਜ਼ੀ ਵਿਸਥਾਰ ਕਰੀ ਚੱਲੀਏ ਤਾਂ ਉਨਾ ਵੱਧਦਾ ਤੁਰਿਆ ਜਾਣਾ। ਸਤਿਗੁਰੂ ਜੀ ਕਹਿੰਦੇ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਇੱਥੇ ਗੱਲ ਖਤਮ ਹੋ ਜਾਂਦੀ ਹੈ। ਜਿੰਨਾ ਮਰਜ਼ੀ ਬਿਆਨ ਕਰੀਏ, ਜਿੰਨਾ ਮਰਜ਼ੀ ਬਣਵੇ, ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਅਨੇਕਾਂ ਰੰਗ ਨੇ ਉਹਦੇ। ਉਹ ਇੱਕ ਰੰਗ ਵੀ ਹੈ ਤੇ ਉਹ ਬਹੁ ਰੰਗੀ ਵੀ ਹੈ, ਬਹੁ ਰੰਗਾਂ ਦੇ ਵਿੱਚ ਵੀ ਹੈ। ਉਹਨੂੰ ਅਸੀਂ ਇੱਕ ਰੰਗ ਦੇ ਵਿੱਚ ਨਹੀਂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤੁਸ ਭਾਵੈ ਨਾਨਕਾ ਸਾਈ ਗੱਲ ਚੰਗੀ। ਗੱਲ ਫੇਰ ਉੱਥੇ ਆ ਗਈ ਵੀ ਜਿਹੜਾ ਉਹਨੂੰ ਪਾਉਂਦਾ ਉਹ ਇੱਕ ਰੰਗ 'ਚ ਵੀ ਹੈ ਤੇ ਬਹੁਤਿਆਂ ਦੇ ਵਿੱਚ ਵੀ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਲਖੇ ਦਾ ਅਰਥ ਵੀ ਲਿਖੇ ਨਹੀਂ ਜਾ ਸਕਦੇ, ਕਹੇ ਨਹੀਂ ਜਾ ਸਕਦੇ, ਬਿਆਨ ਨਹੀਂ ਕੀਤੇ ਜਾ ਸਕਦੇ। ਆਪਾਂ ਤਾਂ ਕਰੀ ਜਾ ਰਹੇ ਹਾਂ ਨਾ। ਦੇਖੋ ਕਿੰਨਾ ਸਮਾਂ ਲਾਤਾ ਆਪਾਂ, ਅੱਗੇ ਦੇ ਅੱਗੇ, ਅੱਗੇ ਦੇ ਅੱਗੇ ਵਧੀ ਜਾਂਦੇ। ਜਿੰਨਾ ਮਰਜ਼ੀ ਵਧੀ ਜਾਓ, ਥਾਂ ਸਮੁੰਦਰ ਹੈ। 4 ਘੰਟੇ ਕਥਾ ਕਰੀ ਜੋ, 5 ਘੰਟੇ ਕਰੋ, ਖਤਮ ਹੋਣ ਵਾਲਾ ਨਹੀਂ। ਇਹ ਤਾਂ ਆਪਾਂ ਨੂੰ ਸਮੇਂ ਮੁਤਾਬਕ ਤਾਂ ਸਮਾਪਤੀ ਕਰਨੀ ਪੈਂਦੀ ਹੈ, ਲਿਆ ਕੇ ਗੱਲ ਖੜਾਉਣੀ ਪੈਂਦੀ। ਭਾਈ ਬਸ ਇੱਥੇ ਰੁਕ ਜਾਈਏ, ਜਿੰਨਾ ਮਰਜ਼ੀ ਬੋਲੇ ਚੱਲੀ, ਉਹਦਾ ਕਿਹੜਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ।
ਉਹਦੇ ਗੁਣਾਂ ਨੂੰ ਇਹ ਨਹੀਂ ਕੀਤਾ ਜਾ ਸਕਦਾ। ਕਿਉਂ? ਮੇਰਾ ਮਾਲਕ ਜੀ ਸਮਰੱਥ ਹੈ ਤੇ ਮੇਰੀ ਮੱਤ ਬੜੀ ਥੋੜੀ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਸਾਡੀ ਮੱਤ ਹੀ ਬੜੀ ਥੋੜੀ ਹੈ, ਉਹ ਬੜਾ ਸਮਰੱਥ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰ ਨਾ ਸਕੂੰ, ਤੂੰ ਠਾਕਰ ਊਚ ਭਗਵਾਨਾ। ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਗਿਣਤੀਆਂ ਮਿੰਤੀਆਂ ਨਹੀਂ ਕਰ ਸਕਦੇ, ਅਸੀਂ ਉਹਦੇ ਗੁਣਾਂ ਨੂੰ ਲਿਖਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਹੈ ਭਾਈ, ਉਹ ਪਸ ਪਾਰ ਬ੍ਰਹਮ ਦੇ ਰੰਗਾਂ ਨੂੰ ਲਿਖਿਆ ਨਹੀਂ, ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ। ਗੁਰੂ ਸਾਹਿਬ ਜਿਹੜੀ ਆਪਾਂ ਗੱਲ ਸ਼ੁਰੂ ਚ ਕੀਤੀ ਸੀ ਨਾ, ਇੱਕ ਮੈਂ ਦੁਬਾਰਾ ਰਿਪੀਟ ਕਰਦੇ ਹਾਂ ਵੀ ਜਿਸ ਤਰ੍ਹਾਂ ਦੀ ਸਾਡੀ ਥਿੰਕਿੰਗ ਆ, ਸੋਚ ਹੈ, ਦਿੱਤੀ ਕਿਨੇ? ਮੇਰੇ ਮਾਲਕ ਨੇ। ਦੇਣ ਵਾਲਾ ਉਹੀ ਹੈ, ਹੋਰ ਕੋਈ ਨਹੀਂ। ਜੇ ਬੰਦਾ ਕਹਿਣਾ ਵੀ ਮੇਰਾ ਦਿਮਾਗ ਵੱਧ ਕੰਮ ਕਰਦਾ, ਵੀ ਮੈਂ ਆਹ ਤਾਂ ਖੋਜ ਮੈਂ ਕੀਤੀ, ਨਾ 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 ਨਾ, ਭੁਲੇਖੇ ਚ। ਮੱਤ ਕਿਹਨੇ ਦਿੱਤੀ? ਮੇਰੇ ਮਾਲਕ ਨੇ। ਗੁਰੂ ਸਾਹਿਬ ਜੀ ਕਹਿੰਦੇ ਪਏ ਨੇ ਜੈਸੀ ਮੱਤ ਦੇ। ਮੱਤ ਤੱਤੇ ਨੂੰ ਸਿਹਾਰੀ ਹੈ, ਜਿਹਦੇ ਵਿੱਚ ਮੱਤ ਵਿੱਚ ਕੀ ਦਿੱਤਾ? ਵੀ ਜਿਹੜੀ ਉਹਨੇ ਮੱਤ ਦਿੱਤੀ ਹੈ, ਤੈਸਾ ਪ੍ਰਕਾਸ਼। ਪ੍ਰਕਾਸ਼ ਦਾ ਅਰਥ ਹੁੰਦਾ ਚਾਨਣ, ਗਿਆਨ। ਜਿੰਨੀ ਜਿੰਨੀ ਹਰ ਇੱਕ ਨੂੰ ਰੋਜ਼ ਅਸੀਂ ਪੜ੍ਹਦੇ ਹਾਂ, ਜਿਤਨੀ ਮਤ ਬੁੱਧ ਹੈ ਜੇਤੀ ਵਰਨਤ ਭੈਣ ਭੈਣ ਹਾਂ ਤੇਤੀ। ਜਿੰਨੀ ਜਿੰਨੀ ਮਤ ਜਿਹਨੂੰ ਦਿੱਤੀ ਹੈ, ਉਹਨੇ ਉਵੇਂ ਉਵੇਂ ਹੀ ਵਰਣ ਕਰਨਾ। ਜੇ ਕਿਸੇ ਨੂੰ ਆਸਤਕ ਵਾਲੀ ਮਤ ਦਿੱਤੀ, ਉਹਨੇ ਆਸਤਕ ਵਾਲੀਆਂ ਗੱਲਾਂ ਕਰੀ ਜਾਣੀਆਂ। ਜੇ ਨਾਸਤਕ ਵਾਲੀ ਦਿੱਤੀ, ਉਹ ਨਾਸਤਕ ਵਾਲੀਆਂ ਗੱਲਾਂ ਕਰੀ ਜਾਣੀਆਂ। ਕਿਸੇ ਨੂੰ ਹੋਰ ਗਿਆਨ ਦਿੱਤਾ, ਵਿਗਿਆਨੀਆਂ ਨੂੰ ਉਹ ਦਿਆਂ, ਤਾਂ ਉਹਨਾਂ ਨੇ ਉਹ ਰਸਤੇ ਤੁਰ ਪਏ। ਉਹ ਕਹਿੰਦੇ ਵੀ ਇੱਥੇ ਹੀ ਸਾਰਾ ਕੁਝ ਹੈ, ਉਧਰ ਚਲੇ ਜਾਂਦੀਆਂ ਨਾ। ਭਾਵ ਕੀ ਹੈ? ਵੀ ਮੇਰੇ ਮਾਲਕ ਜੀ ਨੇ ਸਾਰਿਆਂ ਨੂੰ ਮਤ ਵੱਖਰੀ ਵੱਖਰੀ ਦਿੱਤੀ ਹੈ। ਜਿਵੇਂ ਜਿਵੇਂ ਮਾਲਕ ਨੇ ਮਤ ਦਿੱਤੀ, ਉਵੇਂ ਉਵੇਂ ਉਹਨਾਂ ਨੂੰ ਗਿਆਨ ਹੈ, ਚਾਨਣ ਹੈ। ਗਿਆਨ ਦੇਣ ਵਾਲਾ ਮੇਰਾ ਮਾਲਕ ਜੀ ਆਪ ਹੈ। ਬੰਦਾ ਤਾਂ ਐਵੇਂ ਹਵਾ ਕਰੀ ਜਾਂਦਾ ਬਿਨਾਂ ਮਤਲਬ ਤੋਂ, ਹਉਮੈ ਦੇ ਵਿੱਚ ਹੀ ਤੁਰਿਆ ਫਿਰਦਾ ਵੀ ਮੇਰੇ ਵਰਗਾ ਦਾ ਗਿਆਨੀ ਕੋਈ ਨਹੀਂ ਹੈ, ਮੇਰੇ ਵਰਗੇ ਦੀ ਵਿਚਾਰ ਕੋਈ ਨਹੀਂ ਕਰ ਸਕਦਾ, ਮੇਰੇ ਵਰਗੇ ਦਾ ਕਥਾ ਕੋਈ ਨਹੀਂ ਕਰ ਸਕਦਾ। ਵਾਧੂ ਦੀਆਂ ਫਜ਼ੂਲ ਦੀਆਂ ਜਿੰਨਾ ਮਰ। ਸੱਚ ਜਾਣੋ ਵੱਡੇ ਤੋਂ ਵੱਡੇ ਪਏ ਨੇ। ਕਦੇ ਝੱਤ ਮਾਰ ਕੇ ਕਦੇ ਨਹੀਂ ਆਪਣੇ ਆਪ ਨੂੰ ਜਿਤਾਉਣਾ, ਆਪਣੇ ਆਪ ਨੂੰ ਨੀਵਾਂ ਰੱਖਿਆ ਕਰੀ। ਮੈਂ ਤਾਂ ਕਦੇ ਕਦੇ ਹੈਰਾਨ ਹੋਣਾ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਵਰਗਾ ਨੇ ਬਾਣੀ ਲਿਖ ਦਿੱਤੀ, ਸਾਰਾ ਕੁਝ ਇੰਨਾ ਗਿਆਨ ਦੇ ਦਿੱਤਾ, ਇਦੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ। ਗੁਰੂ ਸਾਹਿਬ ਜੀ ਆਪਣੇ ਆਪ ਨੂੰ ਨੀਚ ਕਹਿੰਦੇ ਪਏ ਆ, ਗੁਰੂ ਸਾਹਿਬ ਜੀ ਆਪਣੇ ਆਪ ਨੂੰ ਦਾਸ ਕਹਿੰਦੇ ਪਏ ਨੇ। ਐਡੇ ਵੱਡੇ ਕੰਮ ਕਰਕੇ ਵੀ ਉਹ ਕਹਿੰਦੇ ਵੀ ਮੈਂ ਨਹੀਂ ਕੁਝ ਕਰ ਸਕਿਆ। ਨਾ 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 ਨਾ, ਮੇਰੇ ਮਾਲਕਾ ਵਾਹਿਗੁਰੂ, ਮੇਰੀ ਐਡੀ ਮੱਤ ਨਹੀਂ ਸੀ ਵੀ ਮੈਂ ਕਰ ਸਕਦਾ। ਰੋਜ਼ ਪੜ੍ਹਦੇ ਆ ਨਾ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਕਿਹੜਾ ਸ਼ਬਦ ਅਖੀਰ ਤੇ ਸ਼ਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮੇਹ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਅਖੀਰ ਤੇ ਉਹਨਾਂ ਨੇ ਕਹਿ ਦਿੱਤਾ ਵੀ ਮੇਰੇ ਮਾਲਕਾ ਮੈਂ ਨਹੀਂ ਕੁਝ ਕੀਤਾ, ਸਾਰਾ ਕੁਝ ਇਹ ਤਾਂ ਤੂੰ ਮੇਰੇ ਤੇ ਤਰਸ ਕਰਕੇ, ਮੇਰੇ ਤਰਸ ਕਰਿਆ ਤੇ ਤਾਂ ਸਭ ਕੁਝ ਹੋਇਆ। ਗੁਰੂ ਸਾਹਿਬ ਜੀ ਕਰਕੇ ਵੀ ਇੱਥੇ ਸਾਡੇ ਵਰਗਾ ਜੇ ਇੱਕ ਕਿਤਾਬ ਲਿਖਦੇ ਨਾ, ਉਹੀ ਕਹੋ ਜੋ ਮੈਂ PhD ਕਰ ਲਈ, ਮੈਂ ਡਾਕਟਰ ਬਣ ਕੇ ਲੈ ਦੱਸ। ਅਰੇ ਫੱਟੇ ਮੂੰਹ ਤੇਰੇ ਇਹ ਜਿਹੇ ਏਦਾਂ ਹੀ ਹੰਕਾਰ। ਇੱਕ ਸ਼ਬਦ ਦੇ ਅਰਥ ਕਰਦੇ ਵੇ ਨਾ ਬੰਦਾ, ਜੇ ਚਾਰ ਜਾਣੇ ਸੰਗਤ ਦੇ ਵਿੱਚੋਂ ਕਹਿ ਦੇਣ ਵੀ ਭਾਈ ਸਾਹਿਬ ਜੀ ਤੁਸੀਂ ਤਾਂ ਅੱਜ ਕਮਾਲ ਕਰਤੀ, ਫੁੱਲੇ ਹੀ ਨਹੀਂ ਸਮਾਉਂਦਾ ਵੀ ਮੇਰੇ ਤਾਂ ਉਸ ਤੋਂ ਹੋ ਗਈ, ਅੱਜ ਕਮਾਲ ਹੋ ਗਈ। ਕਦਾ ਮਾਨ ਹੈ, ਕਦਾ ਹੰਕਾਰ ਹੈ। ਸੱਚ ਜਾਣੋ ਗੁਰੂ ਸਾਰੋ, ਆਪਣੇ ਆਪ ਨੂੰ ਇੰਨਾ ਕੁ ਨੀਵਾਂ ਰੱਖੀਏ ਕਿ ਮੇਰਾ ਮਾਲਕ ਕਦੇ ਹੰਕਾਰ ਨਾ ਕਰਨ ਦੇਵੇ। ਇੰਨੀ ਕੁ ਨਿਮਰਤਾ ਸਾਡੇ ਅੰਦਰ ਆ ਜਾਵੇ ਕਿ ਜੋ ਕੁਝ ਮੇਰੇ ਮਾਲਕ ਹੀ ਸਾਡੇ ਤੋਂ ਕਰਵਾ ਰਹੇ ਨੇ, ਉਹ ਆਪ ਹੀ ਕਰਵਾਉਂਦੇ ਪਏ ਹੈ। ਸਾਰੀ ਸੇਵਾ ਉਹ ਆਪ ਲੈਂਦੇ ਨੇ। ਮਨੁੱਖ ਕੁਝ ਨਹੀਂ ਕਰ ਸਕਦਾ, ਨਾ ਕੋਈ ਕਿਸੇ ਨੇ ਕਰਿਆ, ਨਾ ਕੋਈ ਕਰ ਸਕੇ। ਸਤਿਗੁਰੂ ਜੀ ਕਹਿੰਦੇ ਜੈਸੀ ਮਤ ਦੇ ਤੈਸਾ ਪ੍ਰਗਾਸ। ਜਿਸ ਤਰ੍ਹਾਂ ਦੀ ਮੇਰੇ ਮਾਲਕ ਨੇ ਮਤ ਦਿੱਤੀ ਹੈ, ਉਸੇ ਤਰ੍ਹਾਂ ਦਾ ਹੀ ਉਹਨਾਂ ਨੂੰ ਗਿਆਨ ਦੇ ਦਿੰਦਾ ਹੈ, ਭਾਵ ਕਿ ਉਹਨਾਂ ਅੰਦਰ ਚਾਨਣ ਹੋ ਜਾਂਦਾ ਹੈ। ਪਾਰ ਬ੍ਰਹਮ ਕਰਤਾ ਅਵਿਨਾਸ਼। ਸਤਿਗੁਰੂ ਜੀ ਕਹਿੰਦੇ ਜਿਹੜਾ ਪਾਰ ਬ੍ਰਹਮ ਮੇਰਾ ਵਾਹਿਗੁਰੂ ਹੈ ਨਾ, ਉਹ ਅਵਿਨਾਸ਼ੀ ਹੈ। ਅਵਿਨਾਸ਼ੀ ਦਾ ਅਰਥ ਹੁੰਦਾ ਨਾਸ਼ ਤੋਂ ਰਹਿਤ, ਜਿਹਦਾ ਕਦੇ ਨਾਸ਼ ਨਹੀਂ ਹੋ ਸਕਦਾ, ਉਹ ਕਦੇ ਖਤਮ ਨਹੀਂ ਹੋ ਸਕਦਾ, ਨਾ ਉਹ ਮਾਰਿਆ ਜਾ ਸਕਦਾ, ਨਾ ਕੁਝ ਨਹੀਂ ਹੋ ਸਕਦਾ। ਜਿਹੜੇ ਮੇਰੇ ਮਾਲਕ ਜੀ ਕਰਤਾ ਜੀ ਨੇ, ਵਾਹਿਗੁਰੂ ਜੀ ਨੇ, ਉਹ ਅਵਿਨਾਸ਼ ਨੇ, ਭਾਵ ਕਿ ਨਾਸ਼ ਤੋਂ ਰਹਿਤ ਨੇ। ਸਦਾ 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 ਦਇਆਲ। ਸਤਿਗੁਰੂ ਜੀ ਅਖੀਰ ਤੇ ਕਹਿੰਦੇ ਪਏ ਨੇ, ਮੇਰੇ ਸਤਿਗੁਰੂ ਮਾਲਕ ਜੀ ਵਾਰ-ਵਾਰ ਬੇਨਤੀ ਕਰਦੇ ਆ, ਸਦਾ 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 ਦਇਆਲ, ਵੀ ਉਹ ਸਦਾ ਹੀ ਹੈ। ਬਸ
ਸ਼ਬਦ ਵਰਤਦੇ ਪੈਣ ਵੀ ਉਹ ਦਿਆਲੂ ਪ੍ਰਭੂ ਜੀ ਸਦਾ ਹੀ ਦਿਆਲੂ ਹੈ। ਅਸੀਂ ਕੀ ਕਰਨਾ ਹੈ? ਉਹ ਲਾਸਟ ਬਾਣ ਦੇ ਵਿੱਚ ਕਹਿੰਦੇ ਪਏ ਨੇ ਸਿਮਰ ਸਿਮਰ ਨਾਨਕ ਭਏ ਨਿਹਾਲ। ਅਖੀਰ ਤੇ ਮਾਲਕ ਜੀ ਨੇ ਬਸ ਇੱਕੋ ਹੀ ਗੱਲ ਕਹੀ ਹੈ, ਭਾਈ ਉਹ ਵਾਹਿਗੁਰੂ ਸਦਾ ਸਦਾ ਹੀ ਦਿਆਲੂ ਹੈ। ਬਸ ਅਸੀਂ ਤਾਂ ਸਿਮਰ ਕੇ ਉਹਨੂੰ ਯਾਦ ਕਰਕੇ ਉਹਦੀ ਬੰਦਗੀ ਕਰਕੇ ਉਹਦਾ ਨਾਮ ਜਪ ਕੇ ਅਸੀਂ ਤਾਂ ਨਿਹਾਲ ਹੋਣਾ ਹੈ। ਇਸ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਉਣਾ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੇਤੀ ਸੁਟੀ ਨਾਲ। ਸੋ ਗੁਰੂ ਸਵਾਰੇ ਨਾਲ ਸ਼ਬਦਾਂ ਨਾਲ ਸਮਾਪਤੀ। ਸਮਾਂ ਉੱਪਰ ਦੀ ਹੋ ਗਿਆ, ਮਾਫੀ ਦੇਣੀ ਜੀ। ਗੁਰੂ ਕਿਰਪਾ ਕਰੇ ਸਮੁੱਚੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਆਪ ਸਰਵ ਸੰਗਤ ਬਖਸ਼ਣ ਜੋਗੋ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਣਹਾਰਾਂ ਨੂੰ ਬਖਸ਼ ਲੈਣਾ ਜੀ। ਗੁਰੂ ਸਾਹਿਬ ਕਿਰਪਾ ਕਰਨ, ਆਪ ਸਭ ਦੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਸਾਡੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋ ਸਕਣ ਜੀ। ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।